ਸਵਾਗਤ। ਮੈਂ ਹਾਂ ਸੁਰਿੰਦਰ ਮਚਾਕੀ ਤੇ ਤੁਸੀਂ ਦੇਖ ਰਹੇ ਹੋ ਵਰਲਡ ਮੀਡੀਆ USA ਦਾ ਭਖਦੇ ਮੁੱਦਿਆਂ ਦੇ ਉੱਤੇ ਟਾਕ ਸ਼ੋਅ ਅੱਜ ਦੀ ਗੱਲ। ਹਾਂ ਦੋਸਤੋ, ਅਸੀਂ ਅੱਜ ਬੜੇ ਹੀ ਭਖਵੇਂ ਮਸਲੇ ਦੇ ਉੱਤੇ ਗੱਲਬਾਤ ਕਰਦੇ ਹਾਂ। ਜਦੋਂ ਅਸੀਂ ਪੰਜਾਬ ਦੇ ਭਖਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਮੁੱਦੇ ਉੱਭਰਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਹੁੰਦੇ ਨੇ ਤੇ ਇਹਨਾਂ ਮੁੱਦਿਆਂ ਦੇ ਵਿੱਚੋਂ ਹੀ ਇੱਕ ਉੱਭਰਵਾਂ ਮੁੱਦਾ ਹੈ ਰੁਜ਼ਗਾਰ ਦਾ ਮੁੱਦਾ। ਰੁਜ਼ਗਾਰ ਦਾ ਮੁੱਦਾ ਇਕੱਲਾ ਵਿਅਕਤੀ ਦੇ ਢਿੱਡ ਭਰਨ ਨਾਲ ਨਹੀਂ ਜੁੜਿਆ ਹੋਇਆ, ਸਗੋਂ ਸਮਾਜ ਦੇ ਵਿੱਚ ਮਾਣ ਸਨਮਾਨ ਨਾਲ ਜਿਉਣ ਦੇ ਹੱਕ ਨਾਲ ਵੀ ਜੁੜਿਆ ਹੋਇਆ। ਪੰਜਾਬ ਜਵਾਨੀ ਤੋਂ ਵਿਹਲਾ ਹੋ ਰਿਹਾ। ਪੰਜਾਬ ਦੇ ਨੌਜਵਾਨ ਉਸ ਮਿੱਟੀ ਨਾਲੋਂ ਮੋਹ ਤੋੜ ਕੇ ਉਸ ਮਿੱਟੀ ਵੱਲ ਰੁਖ ਕਰ ਰਹੇ ਨੇ ਜਿਸ ਮਿੱਟੀ ਨੂੰ ਆਜ਼ਾਦ ਕਰਾਉਣ ਲਈ ਸਾਡੇ ਪੁਰਖਿਆਂ ਨੇ ਲਹੂ ਵੀਟਵੇ ਸੰਘਰਸ਼ ਲੜੇ, ਅਥਾਹ ਕੁਰਬਾਨੀਆਂ ਦਿੱਤੀਆਂ ਤੇ ਉਸ ਮਿੱਟੀ ਵੱਲ ਜਾ ਰਹੇ ਨੇ ਜਿਸ ਮਿੱਟੀ ਤੋਂ ਸਾਡੀ ਮਿੱਟੀ ਨੂੰ ਆਜ਼ਾਦ ਕਰਾਉਣ ਲਈ ਇਹ ਸੰਘਰਸ਼ ਲੜਨਾ। ਬਹੁਤ ਸਾਰੇ ਦੇ ਕਾਰਨ ਨੇ, ਸਮਾਜਿਕ ਕਾਰਨ, ਪਰਿਵਾਰ ਕਾਰਨ ਨੇ, ਸੱਭਿਆਚਾਰਕ ਕਾਰਨ ਨੇ ਤੇ ਕੁਝ ਮਨੁੱਖ ਦੇ ਕੁਦਰਤੀ ਸੁਭਾਅ ਦੇ ਨਾਲ ਵੀ ਜੁੜੇ ਹੋਏ ਕਾਰਨ ਨੇ। ਪਰ ਜਦੋਂ ਇਹਨਾਂ ਕਾਰਨਾਂ ਬਾਰੇ ਗੱਲ ਕਰਦੇ ਤਾਂ ਬਹੁਤੇ ਲੋਕ ਇਹ ਕਹਿ ਰਹੇ ਨੇ ਕਿ ਜੇ ਇੱਥੇ ਕੰਮ ਕਰਨ ਨੂੰ ਨਹੀਂ ਮਿਲੇਗਾ ਤੇ ਨੌਜਵਾਨ ਕੀ ਕਰਨਗੇ। ਮਾਪੇ ਵੀ ਚਾਹੁੰਦੇ ਨੇ ਕਿ ਸਾਡੇ ਬੱਚੇ ਇੱਥੋਂ ਬਾਹਰ ਜਾਂਦੇ ਰਹਿਣ, ਕਿਉਂਕਿ ਡਰ ਹੈ ਕਿ ਜੇ ਸਾਡੇ ਬੱਚਿਆਂ ਨੂੰ ਇੱਥੇ ਕੰਮ ਨਾ ਮਿਲਿਆ ਤਾਂ ਉਹ ਜੁਰਮ ਦੀ ਦਲਦਲ 'ਚ ਫਸਣਗੇ, ਉਹ ਭੈੜੇ ਕੰਮ ਕਰਨਗੇ, ਨਸ਼ੇੜੀ ਬਣ ਜਾਣਗੇ। ਬਹੁਤ ਸਾਰੇ ਡਰ। ਆਖਰ ਰੁਜ਼ਗਾਰ ਦਾ ਮੁੱਦਾ ਪੰਜਾਬ ਦੇ ਵਿੱਚ ਐਡਾ ਵੱਡਾ ਮੁੱਦਾ ਕਿਵੇਂ ਬਣ ਗਿਆ ਤੇ ਵੱਡਾ ਮੁੱਦਾ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਸਿਆਸਤ, ਪੰਜਾਬ ਦੀ ਸਰਕਾਰ ਇਸ ਨੂੰ ਕਿਉਂ ਪ੍ਰਮੁਖਤਾ ਤੇ ਨਹੀਂ ਲੈ ਰਹੀ। ਇਹਦੇ ਨਾਲ ਵੀ ਇੱਕ ਹੋਰ ਜੁੜਿਆ ਸਵਾਲ। ਅਕਸਰ ਲੋਕ ਕਹਿੰਦੇ ਨੇ ਕਿ ਪੰਜਾਬ ਦੀ ਜਾਂ ਸਾਡੇ ਮੁਲਕ ਦੇ ਸੰਦਰਭ ਦੇ ਵਿੱਚ ਕਿ ਆਬਾਦੀ ਇੰਨੀ ਵੱਧ ਗਈ ਹੈ, ਹਰ ਇੱਕ ਨੂੰ ਕੰਮ ਦੇਣਾ ਸਰਕਾਰ ਕਿੱਥੋਂ ਦੇ ਦੇਵੇ, ਨਹੀਂ ਦਿੱਤਾ ਜਾ ਸਕਦਾ ਕੰਮ। ਕੀ ਵਾਕਿਆ ਹੀ ਸੱਚ ਹੈ ਕਿ ਹਰ ਇੱਕ ਨੂੰ ਕੰਮ ਨਹੀਂ ਦਿੱਤਾ ਜਾ ਸਕਦਾ? ਬਹੁਤ ਸਾਰੇ ਸਾਡੇ ਮਨ ਦੇ ਵਿੱਚ ਸਵਾਲ ਨੇ ਜਦੋਂ ਅਸੀਂ ਇਹ ਅੱਜ ਦਾ ਪ੍ਰੋਗਰਾਮ ਸ਼ੁਰੂ ਕਰ ਰਹੇ ਤੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਅਸੀਂ ਅੱਜ ਸੱਦਾ ਦਿੱਤਾ ਹੈ। ਮੁਲਕ ਦੀ ਇੱਕ ਬਾਵਕਾਰ ਵਿਦਿਆਰਥੀ ਜਥੇਬੰਦੀ ਹੈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਉਹਦੇ ਨੈਸ਼ਨਲ ਸਕੱਤਰ ਵਿੱਕੀ ਮਹੇਸ਼ਵਰੀ ਨੇ, ਥੀਏਟਰ ਵੀ ਕਰਦੇ ਨੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 25 ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਹੋਈ ਸੀ, ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ। ਅੱਜ ਉਹ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਫੈਲ ਚੁੱਕੀ ਹੈ। ਉਹਦੇ ਨਾਲ ਨੇੜਿਓਂ ਜੁੜੇ ਹੋਏ ਨੇ। ਬਿਨਾਂ ਜਾਣ ਪਛਾਣ ਦੇ ਹੋਰ ਵਕਤ ਲਿਆ ਮੈਂ ਮਹੇਸ਼ਵਰੀ ਹਰਾਂ ਦਾ ਸਵਾਗਤ ਕਰਦਾ, ਉਹਨਾਂ ਨੂੰ ਆਪਣੀ ਗੱਲਬਾਤ ਵਿੱਚ ਜੋੜਦਾ। ਵਿੱਕੀ ਜੀ, ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ, ਖੁਸ਼ ਆਮਦੀਦ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚੈਨਲ ਤੇ ਗੱਲ ਕਰਨ ਦੇ ਲਈ, ਬੁਲਾਉਣ ਲਈ ਤੇ ਉਹਨਾਂ ਸਾਰੇ ਸਰੋਤਿਆਂ ਦਾ ਜੋ ਇਸ ਨੂੰ ਦੇਖ ਰਹੇ ਨੇ, ਸੁਣ ਰਹੇ ਨੇ ਤੇ ਆਉਣ ਵਾਲੇ ਭਗਤ ਸਿੰਘ ਦੇ ਜਨਮ ਦਿਨ ਦੇ ਜਸ਼ਨ 'ਚ ਸ਼ਾਮਿਲ ਹੋਣਗੇ। ਉਹਨਾਂ ਸਾਰਿਆਂ ਨੂੰ ਮੈਂ ਆਪਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਵੀ ਆਖਦਾ, ਸਲਾਮ ਵੀ ਪੇਸ਼ ਕਰਦਾ। ਵਿੱਕੀ ਜੀ, ਪੰਜਾਬੀ ਸੱਭਿਆਚਾਰ ਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਰੋਟੀ ਕਿੱਥੋਂ ਆਵੇ ਜਿਹੜੀ ਪੇਟ ਵੀ ਭਰੇ ਤੇ ਸਾਡੇ ਮਾਣ ਸਨਮਾਨ ਨੂੰ ਵੀ ਬਰਕਰਾਰ ਰੱਖੇ? ਅੱਜ ਇਹ ਪੰਜਾਬ ਦੀ ਜਵਾਨੀ ਦੇ ਅੱਗੇ ਵੱਡਾ ਮੁੱਦਾ ਹੈ। ਇਹ ਐਡਾ ਵੱਡਾ ਮੁੱਦਾ ਕਿਉਂ ਬਣ ਗਿਆ? ਰੁਜ਼ਗਾਰ ਜਿਹੜਾ ਪੰਜਾਬ, ਜਿਹੜਾ ਸਾਡੇ ਗੁਆਂਢੀ ਸੂਬਿਆਂ ਦਾ ਵੀ ਢਿੱਡ ਭਰ ਸਕਦਾ ਸੀ, ਉਹਨਾਂ ਨੂੰ ਰੁਜ਼ਗਾਰ ਦਿੰਦਾ ਸੀ, ਅੱਜ ਖੁਦ ਕਿਉਂ ਰੁਜ਼ਗਾਰ ਮੰਗਣ ਦੇ ਰਾਹ ਪੈ ਗਿਆ? ਤੁਸੀਂ ਕੁਝ ਸ਼ਬਦਾਂ ਦੇ ਵਿੱਚ ਆਪਣੀ ਗੱਲ ਸ਼ੁਰੂ ਕਰੋ ਤਾਂ ਜੋ ਅਸੀਂ ਅਗਲੀ ਗੱਲਬਾਤ ਇਸ ਤੋਂ ਅੱਗੇ ਸ਼ੁਰੂ ਕਰ ਸਕੀਏ। ਪਰਮ ਗੁਣੀ ਭਗਤ ਸਿੰਘ ਦਾ ਜਨਮ ਦਿਨ ਹੈ। 115ਵੇਂ ਜਨਮ ਦਿਨ ਦੇ ਵਿੱਚ ਦੁਨੀਆ ਭਰ ਦੇ ਲੋਕ ਭਗਤ ਸਿੰਘ ਨੂੰ ਸਲਾਮ ਆਖਣਗੇ। ਜਿਹੜਾ ਸਵਾਲ ਤੁਸੀਂ ਪੁੱਛਿਆ ਉਹਦੇ ਜਨਮ ਦਿਨ ਨਾਲ ਵੀ ਜੁੜਿਆ ਤੇ ਉਹਦੀ ਸੋਚ ਨਾਲ ਵੀ ਜੁੜਿਆ ਹੋਇਆ, ਕਿਉਂਕਿ ਜਿਹੜੀ ਭਗਤ ਸਿੰਘ ਨੇ ਆਜ਼ਾਦੀ ਦੀ ਕਲਪਨਾ ਕੀਤੀ ਸੀ ਉਹ ਆਜ਼ਾਦੀ ਹਜੇ ਤੱਕ ਅਧੂਰੀ ਆ। ਇਸ ਕਰਕੇ ਰੁਜ਼ਗਾਰ ਦੀ ਸਮੱਸਿਆ ਇਸ ਦੇਸ਼ ਦੇ ਵਿੱਚ ਹੱਲ ਹਜੇ ਤੱਕ ਨਹੀਂ ਹੋ ਸਕੀ। ਤੇ ਜਦੋਂ ਅਸੀਂ ਵਿਰਸੇ ਦੀ ਤੇ ਵਿਰਾਸਤ ਦੀ ਗੱਲ ਕਰਦੇ ਹਾਂ ਤੇ ਗੁਰਬਾਣੀ ਜਿਹਦੇ ਦਿੱਤੇ ਹੋਏ ਉਪਦੇਸ਼ਾਂ ਦੇ ਅਨੁਸਾਰ ਜੀਵਨ ਦੇ ਵਿੱਚ ਅਸੀਂ ਇੱਕ ਸੁਨਹਿਰਾ ਰਾਸਤਾ ਖੋਜਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਗੁਰਬਾਣੀ ਆਖਦੀ ਹੈ ਕਿ ਕਿਰਤ ਕਰੋ, ਵੰਡ ਕਰੋ ਤੇ ਕਿਰਤ ਨੂੰ ਪਹਿਲਾ ਹੱਕ ਦਿੱਤਾ ਗਿਆ। ਸੋ ਅੱਜ ਕਿਰਤ ਦਾ ਹੱਕ ਜੇ ਖੋਇਆ ਜਾ ਰਿਹਾ ਲੋਕਾਂ ਤੋਂ ਤੇ ਉਹਦਾ ਸਿੱਧੇ ਤੇ ਸਿੱਧਾ ਕਾਰਨ
ਕਿਰਤ ਕਰੋ ਵੰਡ ਛਕੋ ਨਾਮ ਜਪੋ। ਜੀ ਇਹ ਇਸੇ ਕਰਕੇ ਜਿਹੜਾ ਕਿਰਤ ਕਰਨ ਦਾ ਹੱਕ ਆ ਜਿਹੜਾ ਲੋਕਾਂ ਤੋਂ ਖੋਇਆ ਗਿਆ, ਜਿਹਦੇ ਕਰਕੇ ਦਿਨ ਬ ਦਿਨ ਆ ਜਿਹੜੀ ਜ਼ਿੰਦਗੀ ਉਹ ਗੁਰਬਤ ਵੱਲ ਧੱਕੀ ਜਾ ਰਹੀ ਆ। ਸੁਪਨੇ ਆ ਜਿਹੜੇ ਉਹ ਮਾਪਿਆਂ ਦੇ ਸੁਪਨੇ ਔਲਾਦ ਨਾਲ ਜੁੜੇ ਹੁੰਦੇ ਉਹ ਚਕਨਾਚੂਰ ਹੋ ਰਹੇ ਆ, ਤੇ ਜ਼ਿੰਦਗੀ ਆ ਜਿਹੜੀ ਉਹ ਨੀਵੀਂ ਪਾ ਕੇ ਉਦਾਸੀ ਦੀ ਝਲਕ ਦੇਣ ਵਾਲਾ ਕੰਮ ਕਰਦੀ ਆ। ਪਰ ਨਾਲ ਦੀ ਨਾਲ ਇਹ ਵੀ ਸੱਚ ਆ ਕਿ ਰੁਜ਼ਗਾਰ, ਜਿਹਨੂੰ ਅੱਜ ਤੋਂ 25 ਵਰੇ ਪਹਿਲੇ ਦੇਸ਼ ਦੀਆਂ ਤੇ ਸੂਬੇ ਦੀਆਂ ਅਲੱਗ-ਅਲੱਗ ਸਰਕਾਰਾਂ ਮੁੱਦਾ ਨਹੀਂ ਸੀ ਮੰਨਦੀਆਂ ਚੋਣਾਂ ਦੇ ਵਿੱਚ, ਅੱਜ ਜੇ ਉਹਨਾਂ ਨੂੰ ਚੁਣਾਵੀ ਮੈਦਾਨ ਚ ਉਤਰਨਾ ਪੈਂਦਾ ਤੇ ਸਭ ਤੋਂ ਪਹਿਲਾ ਮੁੱਦਾ ਉਹਨਾਂ ਨੂੰ ਰੁਜ਼ਗਾਰ ਦਾ ਦੇਣਾ ਪੈਂਦਾ, ਚਾਹੇ ਉਹ ਕਿਸੇ ਕਿਸ਼ੋਰ ਦੀ ਸਲਾਹ ਤੇ ਦੇਣਾ ਹੋਵੇ ਜਾਂ ਕਿਸੇ ਹੋਰ ਸਟ੍ਰੈਟਜਿਸਟ ਦੇ ਕਹਿਣ ਤੇ ਕਰਨਾ ਪੈਂਦਾ ਹੋਵੇ। ਅਲੱਗ-ਅਲੱਗ ਨਾਅਰਿਆਂ ਦੇ ਰਾਹੀਂ ਜੇ ਰੁਜ਼ਗਾਰ ਦੀ ਗੱਲ ਅੱਜ ਚੁਣਾਵੀ ਪਿੜ ਦੇ ਵਿੱਚ ਸਭ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂ ਉਹਦਾ ਕਾਰਨ ਇਹ ਹੈ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ, ਜਿਹਨੇ 25 ਸਾਲ ਪਹਿਲਾਂ ਰੁਜ਼ਗਾਰ ਨੂੰ ਇੱਕ ਮੁੱਦੇ ਦੇ ਤੌਰ ਤੇ ਉਭਾਰਨ ਦਾ ਕੰਮ ਸ਼ੁਰੂ ਕੀਤਾ ਸੀ, ਉਹ ਅੱਜ ਮੁੱਦਾ ਵੀ ਬਣ ਗਿਆ। ਲੋਕ ਇਸ ਦੀ ਲੋੜ ਵੀ ਮਹਿਸੂਸ ਕਰ ਰਹੇ ਆ ਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਉਹ ਗੱਲ ਮੰਨਣ ਦੇ ਲਈ ਰਾਜੀ ਹੋਣਾ ਪੈਂਦਾ। ਸੋ ਇਹੀ ਕਾਰਨ ਹੈ ਕਿ ਉਹਦੇ ਤੇ ਹਜੇ ਪ੍ਰੋਪਰ ਪਲੈਨਿੰਗ ਨਾ ਹੋਣ ਕਰਕੇ ਰੁਜ਼ਗਾਰ ਦੇਣਾ ਕਿਵੇਂ ਆ, ਇਸ ਕਰਕੇ ਜਿਹੜਾ ਰੁਜ਼ਗਾਰ ਤੋਂ ਲੋਕ ਸਖਣੇ ਨਜ਼ਰ ਆਉਂਦੇ ਆ। ਬਹੁਤ ਜਲਦ ਇਹ ਜਿਹੜੀ ਮੁਹਿੰਮ ਆ ਹੋਰ ਅੱਗੇ ਤਰੱਕੀ ਕਰਦੀ ਹੋਈ ਉਧਰਲੇ ਪਾਸੇ ਵੀ ਮੁੜੇਗੀ। ਕੱਲਾ ਪਲਾਨਿੰਗ ਨਹੀਂ, ਬਹੁਤਾ ਕੁਝ ਸਰਕਾਰ ਦੀ ਨੀਅਤ ਤੇ ਨੀਤੀ ਨਾਲ ਵੀ ਜੁੜਿਆ ਹੋਇਆ। ਮੈਂ ਤੁਹਾਡੇ ਕੋਲ ਅੰਕੜਿਆਂ ਦੇ ਹਵਾਲੇ ਨਾਲ ਜਾਣਨਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਿੰਨੇ ਨੌਜਵਾਨਾਂ ਨੂੰ ਤੁਸੀਂ ਸਮਝਦੇ ਹੋ ਰੁਜ਼ਗਾਰ ਦੀ ਲੋੜ ਹੈ, ਜਾਂ ਕਿੰਨੇ ਪਰਿਵਾਰ ਨੇ? ਜੇ ਆਪਾਂ ਗੱਲ ਕਰੀਏ ਪੰਜਾਬ ਦੇ ਪਰਿਵਾਰਾਂ ਦੀ ਤੇ ਆਪਾਂ ਆਬਾਦੀ ਦੇ ਅਕੋਰਡਿੰਗ ਵੀ ਦੇਖੀਏ ਤਾਂ ਜੇ ਅਸੀਂ ਮਤਲਬ 55 ਲੱਖ ਟੱਬਰਾਂ ਦੀ ਵੀ ਗੱਲ ਕਰ ਲਈਏ ਤੇ ਤੁਸੀਂ ਹਰ ਘਰ ਤੇ ਝਾਤੀ ਮਾਰ ਕੇ ਦੇਖੋ, ਹਰ ਪਰਿਵਾਰ ਦੇ ਵਿੱਚ ਘੱਟੋ ਘੱਟ ਆ ਜਿਹੜੇ ਉਹ 3 ਬੇਰੁਜ਼ਗਾਰ ਤੇ ਜਵਾਨ ਧੀਆਂ ਪੁੱਤ ਆ ਜਿਹੜੇ ਉਹ ਬੈਠੇ ਆ। ਉਹ ਤੁਹਾਨੂੰ ਸੜਕਾਂ ਤੇ ਰੁਜ਼ਗਾਰ ਮੰਗਦੇ ਕੁੱਟ ਖਾਂਦੇ ਵੀ ਨਜ਼ਰ ਆ ਜਾਣਗੇ, ਉਹ ਟੈਂਕੀਆਂ ਤੇ ਟਾਵਰਾਂ ਤੇ ਚੜੇ ਵੀ ਨਜ਼ਰ ਆ ਜਾਣਗੇ, PhDਆਂ ਕੀਤੇ ਹੋਏ ਰੇਹੜੀ ਲਾਈ ਵੀ ਨਜ਼ਰ ਆ ਜਾਣਗੇ, ਉਹ ਸੜਕਾਂ ਤੇ ਕੇਲੇ ਵੇਚਦੇ, ਫਲ ਵੇਚਦੇ ਵੀ ਨਜ਼ਰ ਆ ਜਾਣਗੇ, ਨਾਲ ਆਪਦੀਆਂ ਡਿਗਰੀਆਂ ਵੀ ਟੰਗੀਆਂ ਹੁੰਦੀਆਂ। ਸੋ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਕੁਆਲੀਫਾਈਡ ਵੀ ਆ ਪਰ ਬੇਰੁਜ਼ਗਾਰ ਆ, ਸਰਕਾਰ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ। ਉਹਨਾਂ ਦੀ ਜਿਹੜੀ ਗਿਣਤੀ ਆ ਇਹ ਕੱਲੇ ਪੰਜਾਬ ਸੂਬੇ ਦੇ ਵਿੱਚ ਲਗਭਗ ਜਿਹੜੀ ਉਹ 1 ਕਰੋੜ ਦੇ ਨਜ਼ਦੀਕ ਬਣਦੀ ਆ। ਉਹ ਇਸ ਕਰਕੇ ਕਿ ਬਹੁਤ ਸਾਰੇ ਲੋਕ ਕਿਉਂਕਿ ਰੋਟੀ ਖਾਣੀ ਆ, ਜ਼ਿੰਦਗੀ ਬਸਰ ਕਰਨਾ, ਤੇ ਉਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਲੱਗ ਜਾਂਦੇ ਆ। ਹੁਣ ਤਾਂ ਪੰਜਾਬ ਦਾ ਬਹੁਤ ਵੱਡਾ ਜਵਾਨੀ ਦਾ ਹਿੱਸਾ ਜਿਹੜਾ ਵਿਦੇਸ਼ਾਂ ਦੇ ਵਿੱਚ ਜਾ ਕੇ ਕਹ ਲੋ ਜ਼ਿੰਦਗੀ ਬਸਰ ਕਰਨ ਵਾਲਾ ਕੰਮ ਕਰ ਰਿਹਾ। ਬਚਦੇ ਲੋਕਾਂ ਨੂੰ ਵੀ ਜੇ ਦੇਖਿਆ ਜਾਵੇ ਤਾਂ ਅੰਕੜਾ 1 ਕਰੋੜ ਤੋਂ ਥੱਲੇ ਨਹੀਂ ਉਤਰਦਾ। ਗਾਹੇ ਵਗਾਹੇ ਕਦੇ ਕਿਤੇ। ਪਰ ਸਰਕਾਰ ਤਾਂ ਉਹ ਆਈ ਸੀ ਜਿਹੜੀ ਕਹਿੰਦੀ ਘਰ ਘਰ ਨੌਕਰੀ ਦੇਵਾਂਗੇ, ਤੇ ਉਸਨੇ ਦਾਅਵਾ ਵੀ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ 16 ਲੱਖ ਜਿਹੜੇ ਨੌਜਵਾਨ ਆ ਉਹਨਾਂ ਨੂੰ ਰੁਜ਼ਗਾਰ ਦਿੱਤਾ ਹੈ। ਕੀ ਤੁਹਾਨੂੰ ਲੱਗਦਾ ਕਿ ਵਾਕਈ 16 ਲੱਖ ਨੂੰ ਰੁਜ਼ਗਾਰ ਮਿਲਿਆ, ਜਾਂ ਘਰ ਘਰ ਨੌਕਰੀ ਦੇਣ ਦਾ? ਜੀ ਕਰੋ ਗੱਲ। ਦੇਖੋ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਕਿਉਂਕਿ ਜਿਹੜੀਆਂ ਚੋਣਾਂ ਉਹ ਇੱਕ ਸਪੈਸੀਫਿਕ ਪੈਟਰਨ ਤੇ ਕਰਵਾਈਆਂ ਜਾਂਦੀਆਂ ਕਿ ਲੋਕਾਂ ਨੂੰ ਨਾਅਰਿਆਂ ਦੀ ਬਜਾਏ ਲਾਰਿਆਂ ਦੇ ਵਿੱਚ ਉਲਝਾਉਣਾ ਕਿਵੇਂ ਆ। ਫਿਰ ਉਹ ਚਾਹੇ ਦੇਸ਼ ਦੀ ਸਰਕਾਰ 2 ਕਰੋੜ ਨੌਕਰੀ ਦਾ ਵਾਅਦਾ ਕਰਕੇ ਮੋਦੀ ਸੱਤਾ ਦੇ ਵਿੱਚ ਆਇਆ ਹੋਵੇ, ਚਾਹੇ ਪੰਜਾਬ ਦੇ ਵਿੱਚ ਘਰ ਘਰ ਨੌਕਰੀ ਦੀ ਗੱਲ ਕਰਕੇ ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਉਸ ਵੇਲੇ ਸੱਤਾ ਚ ਆਈ ਹੋਵੇ, ਜਿਹਦੀ ਕਮਾਨ ਅੱਜ ਬਦਲ ਕੇ ਚੰਨੀ ਸਾਹਿਬ ਉਹਨਾਂ ਦੇ ਹੱਥ ਚ ਚਲੀ ਗਈ। ਸੋ ਜਿਹੜੀ ਪਾਲਿਸੀ ਆ, ਕਿਉਂਕਿ ਪਾਲਿਸੀ ਬਦਲਣ ਵਾਲਾ ਕੰਮ ਨਹੀਂ ਕੀਤਾ ਜਾ ਰਿਹਾ, ਉਹ ਮੰਨਦੇ ਆ, ਉਹਨਾਂ ਨੂੰ ਇਹ ਮੰਨਣਾ ਪੈ ਰਿਹਾ ਵੀ ਪੰਜਾਬ 'ਚ ਰੁਜ਼ਗਾਰ ਦੀ ਗੱਲ ਕੀਤੇ ਬਿਨਾਂ ਸਿਆਸੀ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਇਸ ਕਰਕੇ ਘਰ ਘਰ ਨੌਕਰੀ ਦੀ ਗੱਲ ਕੀਤੀ। ਲੋਕਾਂ ਨੇ ਵੋਟਾਂ ਸਮਾਰਟਫੋਨ ਨੂੰ ਨਹੀਂ ਸੀ ਪਾਈਆਂ, ਲੋਕਾਂ ਨੇ ਵੋਟਾਂ ਨੌਕਰੀ ਦੇ ਵਾਅਦੇ ਨੂੰ ਪਾਈਆਂ ਸੀ ਜਿਹੜਾ ਕਿ ਵਫਾ ਨਹੀਂ ਹੋਇਆ। ਮੈਂ ਗੁਰਬਾਣੀ ਦੇ ਉਸ ਵਾਕ ਤੋਂ ਗੱਲ ਇਸੇ ਕਰਕੇ ਸ਼ੁਰੂ ਕੀਤੀ ਸੀ ਕਿ ਜਿਹੜੀ ਗੁਰਬਾਣੀ ਕਿਰਤ ਕਰਨ ਦੇ ਹੱਕ ਦੀ ਗੱਲ ਕਰਦੀ ਹੋਵੇ, ਉਹਦੇ ਤੇ ਮਤਲਬ ਪਹਿਰਾ ਦੇਣ ਵਾਸਤੇ ਕੁਰਬਾਨੀ ਕਰਨ ਦੇ ਰਾਹ ਵੀ ਪੈਣਾ ਪੈਂਦਾ ਹੋਵੇ ਤੇ ਉਹਦੇ ਤੋਂ ਕਤਾਈ ਕਰਨ ਤੋਂ ਵਰਜਦੀ ਆ ਜਿਹੜੀ ਗੁਰਬਾਣੀ, ਉਸੇ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਹੱਥ 'ਚ ਲੈ ਕੇ ਉਸ ਵੇਲੇ ਕੈਪਟਨ ਨੇ ਸਹੁੰ ਖਾਧੀ ਸੀ ਕਿ ਮੈਂ ਨੌਕਰੀ ਦੇਣ ਦਾ ਕੰਮ ਕਰੂੰਗਾ। ਸੋ ਪੰਜਾਬ ਦੇ ਉਹ ਜਿਹੜੇ ਪੰਜਾਬ ਦੀ ਧਰਤੀ ਪ੍ਰਤੀ ਵਫਾਦਾਰ ਲੋਕ ਆ, ਦੇਸ਼ ਭਗਤ ਲੋਕ ਆ, ਉਹਨਾਂ ਦੇ ਨਾਲ ਕਾਂਗਰਸ ਦੀ ਸਰਕਾਰ ਦੇ ਪੰਜਾਬ 'ਚ ਧਰੋਹ ਕਮਾਇਆ। ਜੇ ਤੁਸੀਂ ਸਾਰੀਆਂ ਹੁਣ ਤੱਕ ਚਾਹੇ ਉਹ ਪੁਲਿਸ ਦੇ ਵਿੱਚ ਦਿੱਤੀਆਂ ਹੋਈਆਂ ਨੌਕਰੀਆਂ, ਚਾਹੇ ਅਧਿਆਪਕਾਂ ਦੀਆਂ ਦਿੱਤੀਆਂ ਹੋਈਆਂ ਨੌਕਰੀਆਂ, ਜੇ ਉਹਨਾਂ ਸਾਰੀਆਂ ਦਾ ਸਮ ਵੀ ਕਰ ਲਿਆ ਜਾਵੇ ਫਿਰ ਵੀ ਇਹਨਾਂ 5 ਸਾਲਾਂ ਦਾ ਜਿਹੜਾ ਅੰਕੜਾ ਉਹ ਕੋਈ 1 ਲੱਖ ਨੌਕਰੀ ਤੋਂ ਉੱਪਰ ਨਹੀਂ ਜਾਏਗਾ, ਉਦੋਂ ਵੀ ਕਿਤੇ ਥੱਲੇ ਰਹੇਗਾ। ਇਹ ਜਿਹੜਾ 16 ਲੱਖ ਦਾ ਜਿਹੜਾ ਲਾਰਾ ਲਾਇਆ ਜਾ ਰਿਹਾ,
ਤੁਸੀਂ ਹਰ ਸੈਕਟਰ ਨੂੰ ਠੇਕੇ ਤੇ ਦੇ ਦੇਵੇ ਸਰਕਾਰ। ਉਸ ਤੋਂ ਬਾਅਦ ਚ ਉੱਥੇ ਜਿਹੜੇ ਲੋਕ ਛਿੱਲ ਲਵਾਉਣ ਦਾ ਕੰਮ ਕਰਦੇ ਆ, ਇੱਕ ਪ੍ਰਾਈਵੇਟ ਸਕੂਲ ਦੇ ਵਿੱਚ 5000 ਤੇ ਨੌਕਰੀ ਕਰਦਾ ਜੇ ਕੋਈ ਮੇਰੇ ਵਰਗਾ ਮੁਲਾਜ਼ਮ ਹੋਵੇ ਜਾਂ ਕੋਈ ਵੀ ਭੈਣ ਭਾਈ ਹੋਵੇ, ਸਰਕਾਰ ਉਹਨੂੰ ਨੌਕਰੀ 'ਚ ਨਹੀਂ ਗਿਣ ਸਕਦੀ। ਉਹ ਸਿਰਫ ਪੇਟ ਭਰਨ ਕਰਕੇ ਉਹਨੂੰ ਆਪਦੀ ਲੁੱਟ ਕਰਵਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਸੋ ਦੇਸ਼ ਦੀ ਸਰਕਾਰ ਨੇ ਵੀ ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਨੇ ਨੌਕਰੀਆਂ ਦਾ ਸਿਰਫ ਵਾਅਦਾ ਕੀਤਾ ਲੋਕਾਂ ਨਾਲ, ਜਿਹੜਾ ਲਾਰਾ ਬਣ ਕੇ ਰਹਿ ਗਿਆ। ਕਿਸੇ ਨੂੰ ਨੌਕਰੀ, ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਪੰਜਾਬ ਦਾ ਉਹ ਨੌਜਵਾਨ ਜਿਹੜਾ 100 ਦਿਨ ਤੋਂ ਵਧੇਰੇ ਟਾਵਰ ਤੇ ਚੜ੍ਹ ਕੇ ਬੈਠਾ ਰਿਹਾ, ਉਹਨੂੰ ਉੱਥੇ ਬੈਠ ਕੇ ਆਪਦੀ ਜਾਨ ਨੂੰ ਜੋਖਮ 'ਚ ਪਾਉਣ ਦੀ ਲੋੜ ਨਾ ਪੈਂਦੀ। ਜਿਹੜੀਆਂ ਕੁੜੀਆਂ ਦੇ ਸਿਰ ਪਾੜੇ ਗਏ ਚੰਡੀਗੜ੍ਹ 'ਚ ਰੈਲੀ ਕਰਨ ਗਈਆਂ ਦੀਆਂ, ਜਿਨ੍ਹਾਂ ਨੂੰ ਬੇਪਤ ਕੀਤਾ ਜਾਂਦਾ, ਸਿਰਫ ਜਿਹੜੇ ਮਤਲਬ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਵਿੱਚ ETT BEd ਵਾਲੇ 2-2 ਹਜ਼ਾਰ ਰੁਪਏ 3-3 ਤੇ ਨੌਕਰੀ ਕਰ ਰਹੇ ਆ ਕਿ ਪੋਸਟਾਂ ਕੱਢੀਆਂ ਜਾਣ, ਇਹਦੇ ਲਈ ਉਹ ਸਾਰੇ ਦੇ ਸਾਰੇ ਲੋਕ ਲੜ ਰਹੇ ਆ। ਬੱਸਾਂ ਦੀਆਂ ਛੱਤਾਂ ਤੇ ਬੈਠ ਕੇ ਪਟਵਾਰੀ ਦਾ ਪੇਪਰ ਦੇਣ ਗਏ ਲੱਖਾਂ ਲੋਕ ਉਸ ਦਿਨ ਸ਼ਾਇਦ ਨਾ ਜਾਂਦੇ, ਜੇ ਸਰਕਾਰ ਨੇ ਵਾਕਈ ਰੁਜ਼ਗਾਰ ਦੇਣ ਦੀ ਗੱਲ ਉਹਨਾਂ ਨੂੰ 5 ਸਾਲਾਂ ਦੇ ਵਿੱਚ ਹਰ ਸਾਲ ਪਲੈਨਿੰਗ ਕਰਕੇ ਕੀਤੀ ਹੁੰਦੀ। ਉਹਨਾਂ ਨੇ ਲੋਕਾਂ ਨਾਲ ਧਰੋ ਕਮਾਇਆ। ਹੁਣ ਚਾਹੇ ਕਿਸੇ ਤਰੀਕੇ ਦੀ ਵੰਡ ਕਰਕੇ, ਕਿਸੇ ਤਰੀਕੇ ਦੀ ਕਹਿ ਲਓ ਇਕੁਏਸ਼ਨ ਸੈੱਟ ਕਰਕੇ ਪੰਜਾਬ 'ਚ ਆਪਦਾ ਚਿਹਰਾ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹੋਣ। ਪੰਜਾਬ ਦੀ ਸਰਕਾਰ ਕਿਸਾਨਾਂ ਦੀ ਵੀ ਗਦਾਰ ਆ, ਪੰਜਾਬ ਦੀ ਸਰਕਾਰ ਆ ਜਿਹੜੀ ਉਹ ਨੌਜਵਾਨਾਂ ਨਾਲ ਵੀ ਗਦਾਰੀ ਕਰਨ ਵਾਲੀ ਸਰਕਾਰ ਆ। ਇਸੇ ਕਰਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਭੇਜੇ ਜਾ ਰਹੇ ਆ। ਤੁਸੀਂ ਪੰਜਾਬ ਦੇ ਵਿੱਚ CM ਬਦਲਣ ਦੀ ਗੱਲ ਕੀਤੀ ਹੈ। ਚਰਨਜੀਤ ਚੰਨੀ ਰਾਜਨੀਤਿਕ ਘਟਨਾਕ੍ਰਮ ਦੇ ਉਲਟ ਫੇਰ ਦੇ ਵਿੱਚ ਮੁੱਖ ਮੰਤਰੀ ਬਣ ਗਏ ਨੇ, ਔਰ ਉਹਨਾਂ ਨੇ ਵੀ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣੀ ਮੇਰੀ ਪ੍ਰਮੁਖਤਾ ਹੈ। 2 ਦਿਨ ਹੋਏ ਪਹਿਲਾਂ ਬਿਆਨ ਆਇਆ, ਔਰ ਅਜੀਬ ਇੱਕ ਸਿਚੁਏਸ਼ਨ ਹੈ ਕਿ ਜਿਸ ਦਿਨ ਉਹਨਾਂ ਦਾ ਬਿਆਨ ਆਇਆ, ਜਿਸ ਦਿਨ ਉਹਨਾਂ ਨੇ ਸਹੁੰ ਚੁੱਕੀ, ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਇੱਕ ਅੱਧੇ ਦਿਨ ਦੇ ਹੇਰ ਫੇਰ ਨਾਲ ਪੰਜਾਬ ਦੇ ਵਿੱਚ ਮੈਡੀਕਲ ਕਾਲਜਾਂ ਦਾ ਇੱਕ ਵੱਖਰਾ ਡਿਪਾਰਟਮੈਂਟ ਹੈ, ਜਿਹਨੂੰ ਰਿਸਰਚ ਮੈਡੀਕਲ ਐਜੂਕੇਸ਼ਨ ਕਹਿੰਦੇ ਨੇ, ਤੇ ਉਹਦਾ ਪ੍ਰਿੰਸੀਪਲ ਸੈਕਟਰੀ ਹੈ। ਪ੍ਰਿੰਸੀਪਲ ਸੈਕਟਰੀ ਨੇ ਕੁਝ ਦਿਨ ਪਹਿਲਾਂ ਇੱਕ ਪੱਤਰ ਕੱਢਿਆ। ਪੱਤਰ ਇਹ ਕਹਿੰਦਾ, 15 ਤਰੀਕ ਦਾ ਪੱਤਰ ਹੈ, 15 ਇਸੇ ਮਹੀਨੇ ਦਾ। ਉਹ ਇਹ ਕਹਿੰਦਾ ਕਿ ਜਿਹੜੇ ਪੰਜਾਬ ਦੇ 3 ਮੈਡੀਕਲ ਕਾਲਜ ਨੇ, ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਦਾ ਤਾਂ ਖੈਰ ਸਰਕਾਰੀ ਨਹੀਂ ਹੈਗਾ, ਯੂਨੀਵਰਸਿਟੀ ਦੀ ਅੰਡਰ ਹੈ, ਉਹਨਾਂ ਦੇ ਵਿੱਚ 850 ਦੇ ਕਰੀਬ ਜਿਹੜੇ ਨਰਸਿੰਗ ਸਟਾਫ ਹੈ, ਲੈਬੋਰਟਰੀ ਟੈਕਨੀਸ਼ੀਅਨ ਹੈ, ਕਲਾਸ 4 ਨੇ, ਸਫਾਈ ਸੇਵਕ ਨੇ, ਵਾਰਡ ਅਟੈਂਡੈਂਟ ਨੇ, ਲੈਬੋਰਟਰੀ ਸਟਾਫ ਹੈ। ਇਹ ਸਟਾਫ ਦੀ ਕਹਿੰਦਾ ਹੁਣ ਜ਼ਰੂਰਤ ਨਹੀਂ ਹੈਗੀ, ਇਹਨਾਂ ਨੂੰ ਅਸੀਂ 30 ਸਤੰਬਰ ਤੋਂ ਵਿਹਲੇ ਕਰ ਦਿਆਂਗੇ। ਇੱਕ ਅਜੀਬ ਮਤਲਬ ਇੱਕ ਸਿਚੁਏਸ਼ਨ ਪੈਦਾ ਹੋਈ ਹੈ। ਅਗਲੀ ਗੱਲ, ਮੈਂ ਤੁਹਾਡੇ ਤੋਂ ਸਵਾਲ ਇਹਦਾ ਜਵਾਬ ਦੇਣ ਲੱਗੇ ਜੋੜ ਲਿਓ ਕਿ ਮੁਲਕ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਜੋਬ ਜਿਹੜਾ ਰਿਸੋਰਸ ਕ੍ਰੀਏਟ ਕਰ ਰਿਹਾ ਸੀ, ਜੋਬ ਓਪਰਚੁਨਿਟੀ ਦਿੰਦਾ ਸੀ, ਉਹ ਸੀ ਪਬਲਿਕ ਸੈਕਟਰ, ਸਰਕਾਰੀ ਮਹਿਕਮੇ। ਤੇ ਕੇਂਦਰ ਦੇ ਵਿੱਚ ਤਾਂ ਸਰਕਾਰੀ ਮਹਿਕਮੇ ਤੋੜਨ ਵਾਲਾ ਇੱਕ ਵੱਖਰਾ ਵਿਭਾਗ ਵੀ ਬਣਾ ਦਿੱਤਾ, ਤੇ ਪੰਜਾਬ ਦੇ ਵਿੱਚ ਕੋਈ ਵੱਖਰੀ ਗੱਲ ਨਹੀਂ ਹੋਈ। ਕੋਈ 1.25 ਲੱਖ ਤੇ 1.5 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਪਹਿਲਾਂ ਖਾਲੀ ਪਈਆਂ ਨੇ, ਤੇ ਨਾਲ ਇਹ ਗੱਲ ਇਹ ਪੁਨਰਗਠਨ ਦੇ ਨਾਂ ਦੇ ਉੱਤੇ ਵੀ ਜਿਹੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਪੋਸਟਾਂ ਖਤਮ ਕਰਤੀਆਂ ਨੇ। ਆਬਾਦੀ ਵਧੀ ਹੈ, ਲੋੜਾਂ ਵਧੀਆਂ ਨੇ, ਸਰਵਿਸ ਖੇਤਰ ਵਧਿਆ, ਉਹਦੇ ਮੁਕਾਬਲੇ ਸਾਡੇ ਗੌਰਮੈਂਟ ਦੇ ਜਿਹੜਾ ਸਰਵਿਸ ਸੈਕਟਰ ਹੈ ਜਾਂ ਜਿਹੜਾ ਗਵਰਨੈਂਸ ਪ੍ਰੋਵਾਈਡ ਕਰਦਾ, ਉਹਦਾ ਸਟਰਕਚਰ ਦਾ ਜਿਹੜਾ ਘੇਰਾਫਲ ਨਹੀਂ ਵਧਿਆ। ਇੱਥੇ ਮੈਂ ਤੁਹਾਡੀ ਟਿੱਪਣੀ ਚਾਹਾਂਗਾ ਕਿ ਪਬਲਿਕ ਸੈਕਟਰ ਨੂੰ ਸੰਘੇੜ ਕੇ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਕਿ ਕਾਰਪੋਰੇਟ ਸੈਕਟਰ ਰੁਜ਼ਗਾਰ ਪੈਦਾ ਕਰੇਗਾ ਜਿਸ ਤਰ੍ਹਾਂ ਸਾਨੂੰ ਲੋੜ ਹੈ? ਦੇਖੋ ਜੀ, ਮੈਂ ਇਸੇ ਗੱਲ ਤੇ ਹੀ ਆ ਰਿਹਾ ਸੀ, ਜਿਹੜੀ ਪੰਜਾਬ ਦੇ ਵਿੱਚ CM ਬਦਲਣ ਦੀ ਗੱਲ ਕੀਤੀ ਹੈ। ਦੇਖੋ, ਰਾਜਨੀਤੀ ਦੇ ਵਿੱਚ ਚਿਹਰੇ ਕੋਈ ਮਾਇਨੇ ਨਹੀਂ ਰੱਖਦੇ। ਇਹ ਪਾਲਿਸੀ ਕੀ ਆ ਉਸ ਸਰਕਾਰ ਦੀ ਤੇ ਉਸ ਪਾਰਟੀ ਦੀ, ਉਹਦੇ ਤੇ ਨਿਰਭਰ ਕਰਦਾ। ਜੇ ਕੱਲ ਨੂੰ BJP ਦੀ ਸਰਕਾਰ ਦੁਬਾਰਾ ਚੋਣਾਂ ਲੜਨ ਵਾਸਤੇ ਮੋਦੀ ਨੂੰ ਹਟਾ ਕੇ ਕਿਸੇ ਹੋਰ ਨੂੰ ਮੂਹਰੇ ਲਾ ਦੇਗੀ ਤੇ BJP ਦੁੱਧ ਧੋਤੀ ਨਹੀਂ ਹੋ ਜਾਣੀ। ਇਹ ਕੋਈ ਵਾਸ਼ਿੰਗ ਮਸ਼ੀਨ ਵਾਲਾ ਕੰਮ ਨਹੀਂ ਕਿ ਇੱਕ ਬੰਦੇ ਨੂੰ ਕੱਢ ਦਿਓ ਤੇ ਉਹਦੇ ਨਾਲ ਕੁਝ ਠੀਕ ਹੋ ਜਾਂਦਾ। ਜੇ ਸਾਰੇ ਦੀ ਸਾਰੀ ਨਲਾਇਕੀ ਦਾ ਠੀਕਰਾ ਜੇ ਕੈਪਟਨ ਦੇ ਸਿਰ ਭੰਨਣਾ, ਤੇ ਕੱਲ ਨੂੰ ਚੰਨੀ ਵੀ ਉਸੇ ਤਰੀਕੇ ਨਾਲ ਹੀ ਬਦਨਾਮ ਕੀਤਾ ਜਾ ਸਕਦਾ ਜੇ ਪਾਰਟੀ ਦੀ ਪਾਲਿਸੀ ਉਹੀ ਰਹਿਣੀ ਆ। ਸੋ ਪਾਰਟੀ ਦੀ ਪਾਲਿਸੀ ਜੇ ਬਦਲਣੀ ਹੁੰਦੀ ਤੇ ਦੇਸ਼ 'ਚ 70 ਸਾਲਾਂ ਦੇ ਵਿੱਚ ਬਦਲ ਜਾਂਦੀ।
ਉਹਨਾਂ ਦੀ ਪਾਲਿਸੀ ਹਮੇਸ਼ਾ ਹੀ ਪਬਲਿਕ ਸੈਕਟਰ ਦੇ ਵਿਰੋਧ ਚ ਰਹੀ ਹੈ। ਤੁਸੀਂ ਅੰਦਾਜ਼ਾ ਕਰਕੇ ਦੇਖੋ, ਵਿਦੇਸ਼ਾਂ ਚ ਬੈਠੀ ਆਡੀਅנס ਇਸ ਗੱਲ ਨੂੰ ਵੀ ਜਾਣਦੀ ਹੋਏਗੀ, ਅੱਜ ਤੋਂ 20 ਸਾਲ ਪਹਿਲਾਂ ਤੱਕ ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ ਚੰਗੀ ਕੰਡੀਸ਼ਨ ਚ ਸੀ। ਸਰਕਾਰੀ ਸਕੂਲਾਂ ਨੂੰ ਬਰਬਾਦ ਕਰਕੇ ਜਾਣਬੁੱਝ ਕੇ ਪ੍ਰਾਈਵੇਟ ਸਕੂਲ ਜਿਹੜੇ ਖੁੰਭਾਂ ਵਾਂਗ ਉੱਗ ਆਏ ਚਾਰੇ ਪਾਸੇ, ਹਰ ਰੋਡ ਦੇ ਉੱਪਰ ਮਤਲਬ ਤੁਹਾਨੂੰ ਲੱਗੇਗਾ ਕਿ ਜਿਵੇਂ ਪੰਜਾਬ ਆ ਪੂਰਾ ਐਜੂਕੇਸ਼ਨਲ ਹੱਬ ਬਣ ਗਿਆ ਹੋਵੇ, ਪਰ ਉਹ ਸਾਰੀ ਦੀ ਸਾਰੀ ਪ੍ਰਾਈਵੇਟ ਐਜੂਕੇਸ਼ਨ ਆ। ਜੇ ਤੁਹਾਡੀ ਜੇਬ 'ਚ ਪੈਸਾ ਹੈ ਤਾਂ ਬੱਚੇ ਨੂੰ ਜਿਹੜੀ ਮਰਜ਼ੀ ਡਿਗਰੀ ਦਵਾ ਲਓ, ਜੇ ਪੈਸਾ ਹੈ ਨਹੀਂ ਤੇ ਸਰਕਾਰੀ ਸਕੂਲ 'ਚ, ਕਿਉਂਕਿ ਸਰਕਾਰ ਨੇ ਪਿਛਲੇ 20 ਸਾਲਾਂ ਤੋਂ ਭਰਤੀ ਬੰਦ ਕੀਤੀ ਹੋਈ ਆ, ਤੁਹਾਡੇ ਬੱਚੇ ਦਾ ਕੋਈ ਫਿਊਚਰ ਨਹੀਂ। ਇਸ ਕਰਕੇ ਪਬਲਿਕ ਸੈਕਟਰ ਨੂੰ, ਜਿਹਦੇ 'ਚ ਸਰਕਾਰੀ ਸਕੂਲ ਵੀ ਸ਼ਾਮਲ ਆ, ਕਾਲਜ ਵੀ ਸ਼ਾਮਲ ਆ, ਯੂਨੀਵਰਸਿਟੀਆਂ ਵੀ ਸ਼ਾਮਲ ਆ, ਰਿਸਰਚ ਇੰਸਟੀਚਿਊਟ ਵੀ ਸ਼ਾਮਿਲ ਆ, ਉਹਨਾਂ ਨੂੰ ਇੱਕ ਏਜੰਡੇ ਦੇ ਤਹਿਤ ਦੇਸ਼ ਦੀ ਕਾਂਗਰਸ ਤੇ ਬੀਜੇਪੀ ਦੋਵੇਂ ਬੁਰਜੂਆ ਪਾਰਟੀਆਂ ਨੇ, ਦੋਵਾਂ ਦਾ ਏਜੰਡਾ ਦੇਸ਼ ਦੀ ਸੰਪत्ति ਨੂੰ ਕੁਝ ਲੋਕਾਂ ਦੇ ਹੱਥਾਂ 'ਚ ਇਕੱਠੇ ਕਰਨਾ, ਜਿਹਦੀ ਉਦਾਹਰਨ ਆ ਕਿ ਅੱਜ ਦੇਸ਼ ਦਾ ਕਿਸਾਨ ਆ ਜਿਹੜਾ ਉਹ ਬਾਰਡਰਾਂ ਤੇ ਪਿਛਲੇ 10 ਮਹੀਨਿਆਂ ਤੋਂ ਬੈਠ ਕੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਲੜ ਰਿਹਾ, ਜਿਹੜੇ ਦੇਸ਼ ਦੇ ਖੇਤੀ ਸੈਕਟਰ ਨੂੰ ਵੀ ਉਹਨਾਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਆ, FCI ਨੂੰ ਤੇ ਪਬਲਿਕ ਪਰਚੇਜ਼ ਨੂੰ ਖਤਮ ਕਰਕੇ। ਸੋ ਉਸੇ ਤਰ੍ਹਾਂ ਹੀ ਆਪਾਂ ਕਰੋਨਾ ਦੇ ਦੌਰ ਵਿੱਚ ਦੇਖਿਆ, ਮੈਂ ਉਦਾਹਰਨ ਇਸ ਕਰਕੇ ਦੇ ਰਿਹਾ ਕਿਉਂਕਿ ਸਮਝ ਪੈਂਦਾ ਇਸ ਤੋਂ ਕਿ ਜਿਸ ਦਿਨ WHO ਨੇ ਪੈਂਡੇਮਿਕ ਡਿਕਲੇਅਰ ਕੀਤਾ ਕਰੋਨਾ ਨੂੰ, ਉਸੇ ਦਿਨ ਪ੍ਰਾਈਵੇਟ ਹਸਪਤਾਲ, ਜਿੰਨੇ ਪ੍ਰਾਈਵੇਟ ਹਸਪਤਾਲ ਸੀ, ਉਹ ਆਪਦੇ ਹਸਪਤਾਲ ਨੂੰ ਜਿੰਦਰੇ ਮਾਰ ਕੇ ਘਰੋਂ ਘਰੀ ਜਾ ਕੇ ਖੁਦ ਨੂੰ ਕੁਆਰੰਟਾਈਨ ਕਰਕੇ ਬੈਠ ਗਏ। ਅਸੀਂ ਉਸ ਵੇਲੇ ਵੀ ਇਹ ਮੰਗ ਚੱਕੀ ਕਿ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਲਾਇਸੈਂਸ ਲਾਈਫ ਟਾਈਮ ਰੱਦ ਹੋਣੇ ਚਾਹੀਦੇ ਆ। ਪੰਜਾਬ ਦਾ ਹੈਲਥ ਮਿਨਿਸਟਰ ਵੀ ਆਪਣੇ ਨੂੰ ਕੁਆਰੰਟਾਈਨ ਕਰਕੇ ਬੈਠ ਗਿਆ ਸੀ। ਬਿਲਕੁਲ ਬਿਲਕੁਲ, ਤੁਸੀਂ ਇਹ ਸੋਚੋ ਵੀ ਜਿਸ ਦੇਸ਼ ਦੀ ਸਰਕਾਰ ਖੁਦ ਨੂੰ ਕੁਆਰੰਟਾਈਨ ਕਰ ਲੇ ਜਾਂ ਸੂਬੇ ਦੀ ਸਰਕਾਰ, ਉੱਥੇ ਲੋਕਾਂ ਦਾ ਹੋਊਗਾ ਕੀ? ਲੜਿਆ ਕੌਣ? ਜਿਹੜੇ ਹਸਪਤਾਲ, ਸਰਕਾਰੀ ਹਸਪਤਾਲਾਂ ਨੂੰ ਸਰਕਾਰ ਨੇ ਉਹਨਾਂ ਦੇ ਵਿਰੁੱਧ ਪ੍ਰੋਪੇਗੈਂਡਾ ਕਰਨ ਵਾਸਤੇ ਪੈਸਾ ਲਾਇਆ, ਕਰੋੜਾਂ ਰੁਪਇਆ, ਕਿ ਸਰਕਾਰੀ ਹਸਪਤਾਲਾਂ 'ਚ ਤਾਂ ਜੀ ਕੋਈ ਕੰਮ ਨਹੀਂ ਹੁੰਦਾ, ਇੱਥੇ ਕੋਈ ਕੇਅਰ ਨਹੀਂ ਮਿਲ ਸਕਦੀ, ਉਹ ਡਾਕਟਰ, ਉੱਥੋਂ ਦੇ ਸਫਾਈ ਕਰਮਚਾਰੀ, ਸਰਕਾਰੀ ਹਸਪਤਾਲਾਂ ਦੀਆਂ ਨਰਸਾਂ, ਉਹ ਲੋਕ ਲੜੇ ਕਰੋਨਾ ਦੇ ਖਿਲਾਫ ਤਾਂ ਕਿ ਲੋਕਾਂ ਦੀ ਜਾਨ ਨਾ ਜਾਵੇ। ਹੁਣ ਲੋਕਾਂ ਨੂੰ ਸਮਝ ਪੈ ਰਿਹਾ ਕਿ ਪਬਲਿਕ ਸੈਕਟਰ ਆ ਜਿਹੜਾ, ਉਹਨੂੰ ਬਚਾਏ ਬਿਨਾਂ ਜਿਹੜਾ ਪ੍ਰਾਈਵੇਟ ਸੈਕਟਰ, ਉਹ ਲੋਕਾਂ ਦਾ ਭਲਾ ਨਹੀਂ ਕਰ ਸਕਦਾ। 1.5 ਸਾਲ ਜਿਨ੍ਹਾਂ ਲੋਕਾਂ ਦੀ ਇਨਕਮ ਬੰਦ ਰਹੀ, ਉਹਨਾਂ ਨੂੰ ਇਹ ਗੱਲ ਸਮਝ ਪੈ ਗਈ ਕਿ ਪ੍ਰਾਈਵੇਟ ਸਕੂਲਾਂ ਦੀ ਐਜੂਕੇਸ਼ਨ ਜਿਹੜੀ ਸਿਰਫ ਪੈਸੇ ਨਾਲ ਜੁੜੀ ਆ, ਜਿੱਥੇ ਸਿਰਫ ਬੱਚਾ ਇੱਕ ਗਾਹਕ ਆ, ਜਿੱਥੇ ਉਹ ਸਟੂਡੈਂਟ ਨਹੀਂ, ਉਹਨਾਂ ਸਕੂਲਾਂ ਤੋਂ ਬਿਨਾਂ ਸਾਨੂੰ ਜਿਹੜਾ ਪਬਲਿਕ ਸੈਕਟਰ, ਸਰਕਾਰੀ ਸਕੂਲਾਂ ਨੂੰ। ਤੁਸੀਂ ਪਬਲਿਕ ਸੈਕਟਰ ਬਚਾਉਣ ਦੀ ਗੱਲ ਕੀਤੀ ਹੈ, ਤੇ ਪਬਲਿਕ ਸੈਕਟਰ ਨਾਲ ਬਚਾਉਣ ਦੇ ਨਾਲ ਨਾਲ ਮਜ਼ਦੂਰ ਵੀ ਜੁੜਿਆ ਹੋਇਆ, EMPLOYEES ਵੀ ਜੁੜਿਆ ਹੋਇਆ। ਪਰ ਪਿਛਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਜਿੱਥੇ 3 ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਹੈ, ਉੱਥੇ ਲੇਬਰ ਲਾ ਦੇ ਵਿੱਚ ਵੀ ਸੋਧ ਕਰਕੇ ਉਹਨੂੰ 4 ਕੋਡਾਂ ਦੇ ਵਿੱਚ ਵੰਡ ਦਿੱਤਾ। ਔਰ ਉਹਦੇ ਦਰਮਿਆਨ ਇੱਕ ਜਿਹੜੀ ਵੱਡੀ ਗੱਲ ਵਾਪਰੀ ਹੈ, 100-125 ਸਾਲ ਪਹਿਲਾਂ ਵਿਸ਼ਵ ਭਰ ਦੇ ਵਿੱਚ ਔਰ ਸਾਡੇ ਮੁਲਕ ਦੇ ਵਿੱਚ, ਸੂਬੇ ਦੇ ਵਿੱਚ, ਔਰ ਜਿਹੜੇ ਕੰਮ ਦੇ ਘੰਟੇ ਸੀ ਉਹ ਪਹਿਲਾਂ ਅਣਮਿੱਥੇ ਸਮੇਂ ਲਈ ਸੀ, ਉਹ ਘਟਾ ਕੇ 8 ਕੀਤੇ। ਵਿਸ਼ਵ ਦੇ ਕੁਝ ਮੁਲਕਾਂ ਦੇ ਵਿੱਚ 8 ਤੋਂ ਘਟਾ ਕੇ 6 ਕਰਨ ਦੀ ਗੱਲ ਵੀ ਚੱਲ ਰਹੀ ਹੈ। ਪਰ ਸਾਡੇ ਮੁਲਕ ਦੇ ਵਿੱਚ ਜਿਹੜੇ ਲੇਬਰ ਲਾ ਦੇ ਵਿੱਚ ਰਿਫਾਰਮ ਲਿਆਂਦੇ, ਕਿਹਾ ਜਾਂਦਾ, ਸੋਧ ਕੀਤੀ ਹੈ, ਔਰ ਉਹ ਸੋਧ ਨੂੰ ਆੜ ਬਣਾ ਕੇ ਉੱਤਰ ਪ੍ਰਦੇਸ਼ ਤੇ ਹਰਿਆਣਾ, ਕਈ ਹੋਰ ਸੂਬਿਆਂ ਨੇ ਕਾਨੂੰਨ 'ਚ ਸੋਧ ਕਰਤੀ ਕਿ ਮਜ਼ਦੂਰਾਂ ਤੋਂ 12 ਘੰਟੇ ਵੀ ਕੰਮ ਲਿਆ ਜਾਂਦਾ। ਇਹਦੇ ਤੇ ਤੁਹਾਡੀ ਟਿੱਪਣੀ ਕੀ ਹੈ? ਜੀ ਦੇਖੋ, ਜਦੋਂ ਅਸੀਂ ਰੁਜ਼ਗਾਰ ਦੇਣ ਦੀ ਪਲੈਨਿੰਗ ਦੀ ਗੱਲ ਕਰਦੇ ਹਾਂ, ਇਸੇ ਕਰਕੇ ਭਗਤ ਸਿੰਘ ਨੂੰ ਪੜ੍ਹਨਾ ਲਾਜ਼ਮੀ ਆ। ਭਗਤ ਸਿੰਘ ਨੇ ਜਿਹੜੀ ਪਲੈਨਿੰਗ ਕਰਕੇ ਅੱਜ ਰੁਜ਼ਗਾਰ ਪ੍ਰਾਪਤੀ ਮੁਹਿੰਮ, ਭਗਤ ਸਿੰਘ ਦਾ ਜਨਮ ਦਿਨ ਮਨਾਉਣ ਵੇਲੇ ਜਿਹੜੇ ਮੁੱਖ ਏਜੰਡੇ ਤੇ ਲੜ ਰਹੀ ਆ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਆਲ ਇੰਡੀਆ ਯੂਥ ਫੈਡਰੇਸ਼ਨ, ਜਿਨ੍ਹਾਂ ਨੇ ਦੇਸ਼ ਨੂੰ ਇੱਕ ਪ੍ਰੋਗਰਾਮ ਦਿੱਤਾ ਕਿ ਇਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਨੇਗਾ ਨਾਮ ਦਾ ਕਾਨੂੰਨ, ਜਿਹਨੂੰ BNEGA, ਬਨੇਗਾ, ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ, ਉਹ ਦੇਸ਼ ਦੀ ਪਾਰਲੀਮੈਂਟ 'ਚ ਪਾਸ ਹੋਵੇ ਤੇ ਉਹ ਗਰੰਟੀ ਕਰੇ ਕਿ ਅਨਸਕਿਲਡ, ਸਕਿਲਡ, ਸੈਮੀ ਸਕਿਲਡ ਤੇ ਹਾਈਲੀ ਸਕਿਲਡ ਸਾਰੀਆਂ ਕੈਟੇਗਰੀਜ਼ ਨੂੰ ਘੱਟੋ ਘੱਟ 20,000 ਤੋਂ ਸ਼ੁਰੂ ਕਰਕੇ 25,000, 30,000, 35,000 ਦੀ ਨੌਕਰੀ ਦੀ ਗਰੰਟੀ ਹੋਣੀ ਚਾਹੀਦੀ ਆ। ਉਹ ਪਬਲਿਕ ਸੈਕਟਰ ਨੂੰ ਬਚਾਏ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਜਦੋਂ ਮੋਦੀ ਦੀ ਸਰਕਾਰ ਦੇਸ਼ ਦੇ ਵਿੱਚ, ਦੇਖੋ ਜੀ, ਮੋਦੀ ਤਾਂ 12-12, 13-13 ਘੰਟੇ ਕੰਮ ਕਰਦਾ ਤੇ ਲੋਕ ਵੀ ਕਿਤੇ ਕੰਮ ਕਰਨ, ਇਹ ਮਾਹੌਲ ਬਣਾ ਕੇ ਲੇਬਰ ਤੇ ਵੱਧ ਭਾਰ ਪਾਉਣ ਵਾਲਾ ਜਿਹੜਾ ਕੰਮ ਕੀਤਾ। ਅੱਜ ਜਦੋਂ ਇੰਨੀ ਜ਼ਿਆਦਾ ਆਬਾਦੀ, ਤੁਸੀਂ ਸ਼ੁਰੂ 'ਚ ਮੈਂਸ਼ਨ ਕੀਤਾ, ਆਬਾਦੀ ਕਦੇ ਵੀ ਜ਼ਿਆਦਾ ਨਹੀਂ ਹੁੰਦੀ। ਆਬਾਦੀ, ਜੇ ਆਬਾਦੀ ਵਧੇਗੀ ਤੇ ਖਾਣ ਵਾਲੇ ਲੋਕ ਵੀ ਵੱਧ ਰਹੇ ਆ, ਉਹਨੇ ਮੂੰਹਾਂ ਨੂੰ ਜ਼ਿਆਦਾ ਖਾਣਾ ਚਾਹੀਦਾ, ਉਹਨੇ ਲੋਕਾਂ ਨੂੰ ਕੱਪੜਾ ਚਾਹੀਦਾ, ਐਜੂਕੇਸ਼ਨ ਚਾਹੀਦੀ, ਉਹਨਾਂ ਲਈ ਸਹੂਲਤਾਂ ਤੇ ਸੈਕਟਰ ਸਿਰਜਣਾ ਪੈਂਦਾ। ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।
ਇਸ ਕਰਕੇ ਜਦੋਂ ਪਬਲਿਕ ਸੈਕਟਰ ਦੀ ਬਚਾਉਣ ਦੀ ਲੜਾਈ ਆ, ਨਾਲ ਦੀ ਨਾਲ ਦੇਖੋ ਹੁਣ 3 ਸ਼ਿਫਟਾਂ ਚੱਲਦੀਆਂ 8-8 ਘੰਟੇ ਦੀਆਂ, ਤੇ ਇਹ 1 ਸਦੀ ਤੋਂ ਵਧੇਰੇ ਸਮਾਂ ਹੋ ਗਿਆ। ਸ਼ਿਕਾਗੋ ਦੇ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਪੂਰੀ ਦੁਨੀਆ 'ਚ ਕਾਨੂੰਨ ਬਣਿਆ ਕਿ 8 ਘੰਟੇ ਦੀ ਕੰਮ ਦਿਹਾੜੀ ਹੋਏਗੀ। ਪਰ ਜੇ ਇਹੀ ਸ਼ਿਫਟਾਂ ਇਹਨੂੰ ਘਟਾ ਕੇ 6 ਘੰਟੇ ਕਰ ਦਿੱਤਾ ਜਾਵੇ ਤੇ 24 ਘੰਟਿਆਂ ਦੇ ਦਿਨ ਦੇ ਵਿੱਚ 4 ਸ਼ਿਫਟਾਂ ਚਲਾਈਆਂ ਜਾ ਸਕਦੀਆਂ, ਭਾਵ 33% ਹੋਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ। ਜੇ ਇੰਨੀ ਜ਼ਿਆਦਾ ਟੈਕਨੀਕ ਡਿਵੈਲਪ ਹੋ ਚੁੱਕੀ ਆ, ਜਿੱਥੇ ਹਰ ਚੀਜ਼ ਆ ਜਿਹੜੀ ਕਹ ਲੋ ਇੱਕ ਬਟਨ ਨੱਪ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਜਿੱਥੇ ਆ ਗਈ ਹੋਵੇ, ਉੱਥੇ ਵੀ ਲੋਕ ਆ ਜਿਹੜੇ ਉਹਨਾਂ ਨਾਲ ਡੰਗਰਾਂ ਵਰਗਾ ਵਿਵਹਾਰ ਹੋਵੇ, ਉਹਨਾਂ ਨੂੰ ਸਾਰੀ ਦਿਹਾੜੀ ਜਿਹੜਾ ਬੋਰੀਆਂ ਮੋਢਿਆਂ ਤੋਂ ਲਾਉਣ ਦੀ ਇਜਾਜ਼ਤ ਨਾ ਹੁੰਦੀ ਹੋਵੇ, ਇਹ ਸਿਸਟਮ ਆ, ਇਹ ਨਹੀਂ ਚੱਲ ਸਕਦਾ। ਸੋ ਜਿਹੜਾ ਸੁਸਾਇਟੀ ਨੇ ਹੁਣ ਤੱਕ ਪੈਦਾ ਕੀਤਾ, ਉਹ ਸਾਰਿਆਂ ਦੇ ਹਿੱਸੇ ਵੰਡਮਾ ਤਾਂ ਹੀ ਆ ਸਕਦਾ ਜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਪਬਲਿਕ ਸੈਕਟਰ 'ਚ ਦਿੱਤਾ ਜਾਵੇ। ਤੇ ਰੁਜ਼ਗਾਰ ਸਿਰਫ ਇਸੇ ਤਰੀਕੇ ਨਾਲ ਦਿੱਤਾ ਜਾ ਸਕਦਾ ਕਿ ਪਹਿਲੀ ਗੱਲ, ਬਨੇਗਾ ਦਾ ਕਾਨੂੰਨ ਜਿਹਦੇ ਤੇ ਅੱਜ ਦੇਸ਼ ਦਾ ਨੌਜਵਾਨ ਤੇ ਵਿਦਿਆਰਥੀ ਲੜ ਰਹੇ ਆ, ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਵੇ। ਤੇ ਮੋਦੀ ਦੀ ਸਰਕਾਰ ਜਿਹੜੀ ਕਦੇ ਕਿਰਤ ਦੇ ਵਿਰੋਧੀ ਕਾਨੂੰਨ ਲਿਆਉਂਦੀ ਆ, ਕਦੇ ਉਹ ਕਿਸਾਨਾਂ ਦੇ ਵਿਰੋਧ ਦੇ ਕਾਨੂੰਨ ਲਿਆਉਂਦੇ ਆ, ਅਸੀਂ ਉਹਨਾਂ ਨੂੰ ਇਹ ਚੈਲੰਜ ਕਰਦੇ ਆ ਕਿ ਉਹ ਬਨੇਗਾ ਦਾ ਕਾਨੂੰਨ ਦੇਸ਼ ਦੇ ਫਲੋਰ ਤੇ ਲੈ ਕੇ ਆਉਣ। ਜੇ ਇੱਕ ਵੀ MP ਉਹਦੇ ਵਿਰੋਧ 'ਚ ਬੋਲਦਾ ਹੋਵੇ ਤੇ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਸਜ਼ਾ ਦਿੱਤੀ ਜਾਣੀ ਚਾਹੀਦੀ ਆ। ਵਿੱਕੀ ਜੀ, ਮੈਂ ਟੋਕ ਕੇ ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦਾ, ਮਾਫ ਕਰਨਾ ਮੈਨੂੰ ਤੁਹਾਨੂੰ ਟੋਕਣਾ ਪੈ ਰਿਹਾ। ਜਿੱਥੇ ਤੱਕ ਮੈਨੂੰ ਜਾਣਕਾਰੀ ਆ, ਮੁਲਕ ਦੀ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਬਿੱਲ ਵੀ ਪੇਸ਼ ਹੋਇਆ ਸੀ ਬਨੇਗਾ ਕਾਨੂੰਨ। ਮੈਂ ਉਸੇ ਤੇ ਹੀ ਆ ਰਿਹਾ ਕਿ ਜਿਹੜੀ ਸੜਕ ਦੀ ਲੜਾਈ ਆ ਜੀ, ਉਹ ਸੜਕ ਦੀ ਲੜਾਈ ਜਿਹੜੀ ਅਸੀਂ ਜਿਹਦੇ ਲਈ 3 ਵਾਰੀ ਪਾਰਲੀਮੈਂਟ ਮਾਰਚ ਕੀਤਾ, ਵਿਦਿਆਰਥੀ ਨੌਜਵਾਨਾਂ ਨੇ ਦੇਸ਼ ਦੀ ਸਰਕਾਰ ਦਾ ਜ਼ੁਲਮ ਤੇ ਜ਼ਬਰ ਝੱਲਿਆ, ਉਹ ਲੜਾਈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਪਹੁੰਚੀ। ਦੋਸਤੋ, ਉਹ ਬਿੱਲ ਕਾਫੀ ਚਿਰ ਪਹਿਲਾਂ ਇੱਕ ਪ੍ਰਾਈਵੇਟ ਬਿੱਲ ਦੇ ਰੂਪ ਦੇ ਵਿੱਚ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਸੀ। ਕਿਉਂਕਿ ਪ੍ਰਾਈਵੇਟ ਬਿੱਲ ਹੈ ਤੇ ਪ੍ਰਾਈਵੇਟ ਬਿੱਲ ਨੂੰ ਜਿਹੜੇ ਪਾਸ ਕਰਨ ਦੇ ਤੌਰ ਤਰੀਕੇ ਲੱਗਦੇ ਤਾਂ ਉਵੇਂ ਹੀ ਨੇ ਜਿਵੇਂ ਸਰਕਾਰੀ ਬਿੱਲ ਪਾਸ ਕਰਵਾਇਆ ਜਾਂਦਾ, ਪਰ ਇਹਦੇ ਵਾਸਤੇ ਜ਼ਰੂਰੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਵੋਟ ਮੈਨੇਜਮੈਂਟ ਕਰਨੀ ਪੈਂਦੀ ਹੈ, ਲੌਬਿੰਗ ਕਰਨੀ ਪੈਂਦੀ ਹੈ। ਉਹਦੇ ਵਾਸਤੇ ਬਹੁਤ ਸਾਰੇ ਜਿਹੜੇ ਪੋਲੀਟੀਕਲ ਫਲੋਰ ਮੈਨੇਜਮੈਂਟ ਕਰਨੀ ਪੈਂਦੀ ਹੈ। ਪਰ ਇੱਥੇ ਅਜੀਬ ਹਾਲਤ ਹੈ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਰਾਜਨੀਤਿਕ ਕਾਰਨਾਂ ਕਰਕੇ ਇੱਕ ਦੂਜੇ ਦੇ ਬਰਖਲਾਫ ਗਲਾਵੇ ਦੇ ਹੱਥ ਪਾਉਣ ਤੱਕ ਖੜ ਜਾਂਦੀਆਂ ਨੇ, ਉਹਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਖੜਨਾ ਉਵੇਂ ਜ਼ਰੂਰੀ ਨਹੀਂ ਸਮਝਿਆ ਜਿਵੇਂ ਬਾਕੀ ਬਿੱਲਾਂ ਦੇ ਹੱਕ ਵਿੱਚ ਖੜਦੇ ਨੇ। ਵਿੱਕੀ ਮਹੇਸ਼ਵਰੀ ਸਾਡੇ ਨਾਲ ਜੁੜ ਗਏ ਨੇ, ਕੁਝ ਟੈਕਨੀਕਲੀ ਪ੍ਰੋਬਲਮ ਆ ਗਈ ਸੀ, ਆਪਾਂ ਉਹਨਾਂ ਦੀ ਜ਼ੁਬਾਨੀ ਜਾਣਦੇ ਆ ਕਿ ਉਸ ਪ੍ਰਾਈਵੇਟ ਬਿੱਲ ਦੀ ਸਥਿਤੀ ਕਿੱਥੇ ਖੜੀ ਹੈ। ਕੀ ਹਾਂਜੀ ਜੀ, ਮੈਂ ਜਿਹੜੀ ਕਹਿ ਰਿਹਾ ਸੀ ਕਿ ਇਸ ਤੇ ਜਿਹੜੇ ਸੁਹਿਰਦ, ਚਾਹੇ ਉਹ ਇੱਕ ਹੀ ਪਾਰਲੀਮੈਂਟ ਮੈਂਬਰ ਕਿਉਂ ਨਾ ਹੋਵੇ, ਉਹਨਾਂ ਨੇ ਆਵਾਜ਼ ਉਠਾਈ। ਕਾਮਡ ਬਿਨੋਏ ਵਿਸ਼ਵਮ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਕੇਰਲਾ ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਵੱਲੋਂ, ਜਿਨ੍ਹਾਂ ਨੇ ਲੋੜ ਮਹਿਸੂਸ ਕੀਤੀ ਕਿ ਜੇ ਅੱਜ ਦੇਸ਼ ਦੇ ਵਿੱਚ ਰੁਜ਼ਗਾਰ ਦਾ ਕਾਨੂੰਨ ਨਹੀਂ ਬਣਦਾ ਤੇ ਦੇਸ਼ ਦੇ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਦਾ। ਫਿਰ ਇਹ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਲੋਕ ਆ, ਜਿਨ੍ਹਾਂ ਦੀਆਂ ਮਾਵਾਂ ਸਵੇਰੇ ਸ਼ਾਮ ਜਦੋਂ ਉਹਨਾਂ ਨੂੰ ਫਲਾਈਟ ਚੜਾਉਣ ਆਉਂਦੀਆਂ ਦਿੱਲੀ ਦੇ 에ਅਰਪੋਰਟ ਤੇ ਰੋਂਦੇ ਆ ਉੱਥੇ ਲੋਕ, ਜਿੱਥੋਂ ਦਾ ਮਾਹੌਲ ਹਮੇਸ਼ਾ ਗਮਗੀਨ ਰਹਿੰਦਾ, ਉਹ ਮਾਹੌਲ ਠੀਕ ਨਹੀਂ ਕੀਤਾ ਜਾ ਸਕਦਾ। ਇਹ ਤਾਂ ਹੀ ਹੋ ਸਕਦਾ ਜੇ ਦੇਸ਼ ਦੀ ਪਾਰਲੀਮੈਂਟ ਬਨੇਗਾ ਦਾ ਕਾਨੂੰਨ ਬਣਾਏਗੀ ਤੇ ਉਹਨਾਂ ਨੇ ਪ੍ਰਾਈਵੇਟ ਰੈਜ਼ੋਲੂਸ਼ਨ। ਜਿਹੜੀ ਪੋਲੀਟੀਕਲ ਪਾਰਟੀਆਂ ਦੀ ਕੀ ਪੋਜੀਸ਼ਨ ਹੈ ਉਸ ਇਸ਼ੂ ਤੇ ਗੱਲ ਕਰਿਓ ਜੀ। ਉਹਦੇ ਤੇ ਜਦੋਂ ਉਹਨਾਂ ਨੇ ਪ੍ਰਾਈਵੇਟ ਬਿੱਲ ਪਾਸ ਕੀਤਾ, ਉਸ ਵੇਲੇ ਉਹਦਾ ਵਿਰੋਧ ਕਰਨ ਵਾਲਾ ਕੰਮ ਕਿਸੇ ਨੇ ਨਹੀਂ ਕੀਤਾ, ਪਰ ਉਹ ਪ੍ਰਾਈਵੇਟ ਬਿੱਲ ਨੂੰ ਪਾਸ ਕਰਾਉਣ ਦੇ ਲਈ ਇੱਕ ਪੂਰਾ ਪ੍ਰੋਸੀਜਰ ਆ ਜਿਹੜਾ ਲੋਕ ਸਭਾ ਦੇ ਰਾਹੀਂ ਹੋ ਕੇ ਉਸ ਤੋਂ ਬਾਅਦ ਚੋਣਾਂ ਹੁੰਦਾ। ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਤੇ ਅਸੀਂ ਕਾਮਡ ਬਿਨੋਏ ਵਿਸ਼ਵਮ ਦਾ ਧੰਨਵਾਦ ਵੀ ਇਸ ਗੱਲ ਲਈ ਤੁਹਾਡੇ ਮੰਚ ਤੋਂ ਕਰਨਾ ਚਾਹੁੰਦੇ ਆ ਕਿ ਜਿਹੜੀ ਲੜਾਈ ਅਸੀਂ ਸੜਕ ਤੇ ਲੜ ਰਹੇ ਸੀ, ਉਹਨਾਂ ਨੇ ਜਿਵੇਂ ਭਗਤ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਬੰਬ ਸੁੱਟ ਕੇ ਆਪਦੀ ਗੱਲ ਕਹਿਣ ਵਾਲਾ ਕੰਮ ਕੀਤਾ, ਅਸੀਂ ਸਮਝਦੇ ਹਾਂ ਕਿ ਬਨੇਗਾ ਦਾ ਇਹ ਨਾਮ ਪਾਰਲੀਮੈਂਟ ਦੇ ਵਿੱਚ ਚਲੇ ਜਾਣਾ ਇੱਕ ਉਸੇ ਤਰੀਕੇ ਨਾਲ ਇੱਕ ਵਿਸਫੋਟ ਆ ਦੇਸ਼ ਦੀ ਸਰਕਾਰ ਦੇ ਸਾਹਮਣੇ, ਜਿਹੜਾ ਆਉਣ ਵਾਲੇ ਸਮੇਂ 'ਚ ਲਾਜ਼ਮੀ ਤੌਰ ਤੇ, ਕਿਉਂਕਿ ਇਹ ਕਾਨੂੰਨ ਬਣਾਏ ਬਿਨਾਂ ਇਸ ਦੇਸ਼ ਦੇ ਲੋਕਾਂ ਦਾ ਭਲਾ ਕੀਤਾ ਹੀ ਨਹੀਂ ਜਾ ਸਕਦਾ, ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ ਜਦੋਂ ਤੱਕ ਕਾਨੂੰਨ ਨਹੀਂ ਬਣਦਾ। ਸੋ ਕਾਨੂੰਨ ਬਣਾਉਣ ਦੇ ਲਈ ਅਸੀਂ ਅੱਡ-ਅੱਡ ਸਟੇਟਾਂ ਨੂੰ ਵੀ ਇਹ ਚੈਲੰਜ ਕਰਦੇ ਆ ਕਿ ਉਹ ਜੇ ਵਾਕਈ ਚੁਣਾਵੀ ਮੈਦਾਨ 'ਚ ਆਉਣਾ ਚਾਹੁੰਦੇ ਆ ਤੇ ਉੱਥੋਂ ਦੀ ਆਪਦੀ ਸਟੇਟ ਅਸੈਂਬਲੀ ਦੇ ਵਿੱਚ ਇਹਦੇ ਤੇ ਮਤੇ ਪਾ ਕੇ ਇਹ ਪਾਸ ਕਰਕੇ ਦੇਸ਼ ਦੀ ਸਰਕਾਰ ਨੂੰ ਭੇਜਣ ਤੇ ਦੇਸ਼ ਦੀ ਸਰਕਾਰ ਨੂੰ ਮਜਬੂਰ ਹੋਣਾ ਪਵੇ
ਕਿ ਉਹ ਇਸ ਤੇ ਕਾਨੂੰਨ ਬਣਾਏਗੀ। ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 115ਵੇਂ ਜਨਮ ਦਿਨ ਤੋਂ ਇਹ ਕਾਲ ਦੇਵਾਂਗੇ, ਕਿਉਂਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਜਿਹਨੇ ਸ਼ੁਰੂ ਕੀਤੀ ਸੀ ਗੱਲ, ਉਹਦੀ 25ਵੀਂ ਸਾਲਗਿਰਾ ਜਿਹੜੀ ਸਿਲਵਰ ਜੁਬਲੀ ਮਨਾਉਣੀ ਆ, ਕਿ ਪੂਰੇ ਦੇਸ਼ ਦੇ ਨੌਜਵਾਨ ਅੱਜ ਜਿਵੇਂ ਕਿਸਾਨ ਦੇਸ਼ ਦੀ ਸਰਕਾਰ ਨੂੰ ਘੇਰ ਕੇ ਬੈਠੇ ਆ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ, ਆਉਣ ਵਾਲੇ ਸਮੇਂ 'ਚ ਪੂਰੇ ਦੇਸ਼ ਦੇ ਨੌਜਵਾਨ ਤੇ ਵਿਦਿਆਰਥੀ ਸਰਕਾਰ ਨੂੰ ਘੇਰ ਕੇ ਬੈਠਣ ਇਹ ਕਾਨੂੰਨ ਬਣਵਾਉਣ ਵਾਸਤੇ, ਤਾਂ ਕਿ ਬਨੇਗਾ ਇੱਕ ਸੱਚਾਈ ਬਣ ਸਕੇ। ਕਿਸੇ ਸੂਬੇ ਦੀ ਅਸੈਂਬਲੀ ਨੇ ਪਾਸ ਵੀ ਕੀਤਾ, ਪਾਸ ਕਰਕੇ ਭੇਜਿਆ ਕੇਂਦਰ ਸਰਕਾਰ ਨੂੰ? ਦੇਖੋ, ਬਹੁਤ ਸਾਰੀਆਂ ਸਟੇਟਾਂ ਦੀਆਂ ਅਸੈਂਬਲੀਆਂ ਜਿਹੜੀਆਂ ਹਜੇ ਤੱਕ ਰੁਜ਼ਗਾਰ ਨੂੰ ਮੁੱਦਾ ਨਹੀਂ ਸੀ ਮੰਨਦੀਆਂ, ਉਹਨਾਂ ਨੂੰ ਇਹ ਕਹਿਣਾ ਪੈ ਰਿਹਾ ਕਿ ਜੇ ਸਾਨੂੰ ਵੋਟਾਂ ਪਾ ਦਿਓ, ਅਸੀਂ ਤੁਹਾਨੂੰ ਘਰ ਘਰ ਨੌਕਰੀ ਦੇਵਾਂਗੇ, ਤੇ ਇਹੋ ਜਿਹੇ ਲਾਰੇ ਲਾਉਣੇ ਪੈ ਰਹੇ ਆ। ਪਰ ਸਾਨੂੰ ਇਸ ਗੱਲ ਦੀ ਉਮੀਦ ਆ ਕਿ ਕਾਂਗਰਸ ਪਾਰਟੀ ਹੋਵੇ, ਬੀਜੇਪੀ ਹੋਵੇ, ਚਾਹੇ ਅੱਡ-ਅੱਡ ਤਰੀਕਿਆਂ ਨਾਲ ਸਰਮਾਏਦਾਰੀ ਦੀਆਂ ਕਹਿ ਲਓ ਉਹਦੇ ਤੇ ਕੰਮ ਕਰਨ ਵਾਲੇ, ਨੀਤੀਆਂ ਤੇ ਕੰਮ ਕਰਨ ਵਾਲੀਆਂ ਹੋਰ ਰੀਜਨਲ ਪਾਰਟੀਆਂ ਹੋਣ, ਇਸ ਤਰੀਕੇ ਦੀ ਕੋਈ ਉਮੀਦ ਆ ਜਿਨ੍ਹਾਂ ਨੇ 70 ਸਾਲਾਂ 'ਚ ਲੋਕਾਂ ਦਾ ਭਲਾ ਨਹੀਂ ਕੀਤਾ, ਉਹਨਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਅਸੀਂ ਨੌਜਵਾਨਾਂ ਨੂੰ ਸੱਦਾ ਦਿੰਦੇ ਹਾਂ ਕਿ ਜੇ ਸਰਕਾਰਾਂ ਗੱਲ ਕਰਨ ਵਾਲਾ ਕੰਮ ਨਹੀਂ ਕਰਦੀਆਂ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਮਸਲੇ ਤੇ ਫਿਰ ਕਿਉਂ ਨਹੀਂ ਭਗਤ ਸਿੰਘ ਵਾਂਗੂ ਤੇ ਸਰਾਭੇ ਵਾਂਗੂ ਉਸ ਗਦਰ ਦੇ ਝੰਡੇ ਨੂੰ ਉੱਚਾ ਕਰਕੇ, ਜਿਹੜੀ ਸਰਕਾਰ ਭਗਤ ਸਿੰਘ ਚਾਹੁੰਦਾ ਸੀ ਕਿਸਾਨਾਂ ਤੇ ਮਜ਼ਦੂਰਾਂ ਦੀ, ਜਿਹਦੇ 'ਚ ਨੌਜਵਾਨ ਵੀ ਸ਼ਾਮਲ ਹੋਣ ਤੇ ਉਹ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੰਦੇ, ਖੁਸ਼ੀਆਂ ਵਾਲਾ ਮਾਹੌਲ ਬਣਾਇਆ ਜਾ ਸਕੇ, ਉਧਰ ਵਧਿਆ ਜਾਵੇ। ਇੱਕ ਸਵਾਲ ਦਾ ਹੋਰ ਜਵਾਬ ਦਿਆ ਜੇ। ਮੁਲਕ ਦੇ ਵਿੱਚ ਪਹਿਲਾਂ ਨਰੇਗਾ ਤੇ ਫਿਰ ਉਹਨੂੰ ਮਨਰੇਗਾ ਦਾ ਨਾਮ ਦੇ ਕੇ ਕਾਨੂੰਨ ਲਾਗੂ ਕੀਤਾ, ਜਿਹੜਾ ਮੁੱਖ ਤੌਰ ਤੇ ਉੱਤੇ ਰੂਰਲ ਇੰਪਲਾਇਮੈਂਟ ਦੇ ਉੱਤੇ ਫੋਕਸ ਹੈ। ਉਸੇ ਦੀ ਤਰਜ਼ ਦੇ ਪਿਛਲੇ ਕੋਈ ਸਮਿਆਂ ਦੇ ਵਿੱਚੋਂ ਇਹ ਗੱਲ ਉੱਠ ਰਹੀ ਸੀ ਕਿ ਅਰਬਨ ਦੇ ਜਿਹੜੇ ਖਿੱਤੇ ਨੇ, ਰੂਰਲ ਦੀ ਬਜਾਏ ਅਰਬਨ ਦੇ ਜਿਹੜੇ ਖਿੱਤਿਆਂ ਵਾਸਤੇ ਵੀ ਰੁਜ਼ਗਾਰ ਗਰੰਟੀ ਕਾਨੂੰਨ ਬਣੇ। ਤੇ ਮੇਰਾ ਖਿਆਲ ਜਿੱਥੋਂ ਤੱਕ ਸ਼ਾਇਦ ਤ੍ਰਿਪੁਰਾ, ਉਹ ਸਰਕਾਰ ਨੇ ਉੱਥੇ ਲਾਗੂ ਵੀ ਕੀਤਾ ਸੀ। ਕੀ ਤੁਸੀਂ ਇਹਨੂੰ ਇਸ ਕਾਨੂੰਨ ਦੀ ਉਮੀਦ ਰੱਖ ਸਕਦੇ ਹੋ ਕਿ ਇਹ ਕਾਨੂੰਨ ਵੀ ਆਏਗਾ? ਕਿਉਂਕਿ ਜਿਹੜਾ ਆਪਣਾ ਨਰੇਗਾ ਤੇ ਮਨਰੇਗਾ ਹੈਗਾ, ਉਹ ਬਨੇਗਾ ਦਾ ਇੱਕ ਪਹਿਲਾ ਪੜਾਅ ਮੰਨਿਆ ਜਾ ਸਕਦਾ। ਦੇਖੋ ਜੀ, ਜਿਹੜੀ ਨਰੇਗਾ ਦੀ ਗੱਲ ਜਦੋਂ ਆਪਾਂ ਕਰਦੇ ਆ, ਉਹਦੇ 'ਚ ਸਪਸ਼ਟ ਤੌਰ ਤੇ ਇਹ ਆ ਕਿ ਜਿਹੜਾ ਕੰਮ ਨਰੇਗਾ ਦੇ ਕਾਨੂੰਨ ਦੇ ਤਹਿਤ ਕਰਵਾਇਆ ਜਾਂਦਾ ਉਹ ਅਨਸਕਿਲਡ ਲੋਕਾਂ ਦੇ ਲਈ ਆ। ਉਹਦੇ ਲਈ ਤੁਹਾਡੇ ਕੋਲੇ ਕੁਆਲੀਫਿਕੇਸ਼ਨ ਕੋਈ ਹੋਵੇ ਕੋਈ ਜ਼ਰੂਰੀ ਨਹੀਂ। ਉਹ 'ਚ ਜੇ ਤੁਸੀਂ ਫਿਜ਼ੀਕਲ ਮੈਨੂਅਲ ਲੇਬਰ ਕਰਨੀ ਚਾਹੁੰਦੇ ਆ ਤੇ ਕੋਈ ਵੀ ਉਹ ਬਣਾ ਸਕਦਾ, ਤੇ ਪਰ ਉਹ ਪਿੰਡਾਂ ਦੇ ਲੋਕਾਂ ਦੇ ਲਈ ਆ। ਪਰ ਉਹ ਬਹੁਤ ਲਿਮਟਿਡ ਕਿਸਮ ਦਾ, ਪਿੰਡਾਂ ਦੇ ਵਿੱਚ ਉਹ ਲੋਕ, ਉਹ ਨੌਜਵਾਨ ਮੁੰਡੇ ਕੁੜੀਆਂ ਵੀ ਬੈਠੇ ਆ ਜਿਹੜੇ PhD ਕੀਤੀ ਹੋਈ, ਜਿਹੜੇ ਡਾਕਟਰ ਲੱਗਣ ਦੀ ਯੋਗਤਾ ਰੱਖਦੇ, ਜਿਹੜੇ ਹਾਈਲੀ ਕੁਆਲੀਫਾਈਡ ਆ। ਤੇ ਦੂਜੇ ਪਾਸੇ ਸ਼ਹਿਰਾਂ ਦੀ ਸਕਿਲਡ ਤੇ ਅਨਸਕਿਲਡ ਦੋਵੇਂ ਤਰ੍ਹਾਂ ਦੀ ਲੇਬਰ ਆ ਜਿਹੜੀ ਉਹ ਕੰਮ ਤੋਂ ਬਾਹਰ ਆ। ਇਸ ਕਰਕੇ ਜਿਹੜਾ ਬਨੇਗਾ ਕਾਨੂੰਨ ਦੀ ਜਦੋਂ ਆਪਾਂ ਗੱਲ ਕਰਦੇ ਆ, ਉਹ ਸਾਰੀਆਂ, ਜਿਵੇਂ ਕਹਿੰਦੇ ਹੁੰਦੇ ਵੀ ਇੱਕ ਦਵਾਈ ਜਿਹੜੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੋਵੇ, ਉਹ ਕੰਮ ਜਿਹੜਾ ਬਨੇਗਾ ਦਾ ਕਾਨੂੰਨ ਕਰ ਸਕਦਾ, ਜਿਹਦੇ 'ਚ 4 ਕੈਟੇਗਰੀਆਂ। ਇਸੇ ਕਰਕੇ ਮੈਨੂੰ ਇਹਦੇ ਲਈ 1 ਮਿੰਟ ਚਾਹੀਦਾ ਕਿ 4 ਕੈਟੇਗਰੀ, ਜਿਹਦੇ 'ਚ ਪਹਿਲੀ ਅਨਸਕਿਲਡ ਆ, ਦੂਸਰੀ ਸੈਮੀ ਸਕਿਲਡ ਕੈਟੇਗਰੀ ਆ, ਦੈਨ ਸਕਿਲਡ ਐਂਡ ਦੈਨ ਹਾਈਲੀ ਸਕਿਲਡ। ਇਹ 4 ਕੈਟੇਗਰੀਆਂ ਦੇਸ਼ ਦੀ ਸਰਕਾਰ ਆਪਦੇ ਰਿਕਾਰਡ 'ਚ ਵੀ ਮੰਨਦੀ ਆ। ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਭਾਵੇਂ ਪਿੰਡਾਂ ਦੇ ਹੋਣ ਭਾਵੇਂ ਸ਼ਹਿਰਾਂ ਦੇ ਹੋਣ, ਜਿਹੜੇ ਅਨਸਕਿਲਡ ਲੋਕ ਆ ਉਹਨਾਂ ਨੂੰ ਘੱਟੋ ਘੱਟ 20,000 ਰੁਪਏ ਦੀ ਗਰੰਟੀ ਆ ਜਿਹੜੀ ਇਸ ਕਾਨੂੰਨ ਦੇ ਰਾਹੀਂ ਰੁਜ਼ਗਾਰ ਦੀ ਮਹੀਨੇ ਦੀ ਕੀਤੀ ਜਾਣੀ ਚਾਹੀਦੀ ਆ। ਉਹਦੇ ਨਾਲ ਹੀ ਜਿਹੜੇ ਸੈਮੀ ਸਕਿਲਡ ਆ, ਜਿਨ੍ਹਾਂ ਦੀ ਕੁਆਲੀਫਿਕੇਸ਼ਨ ਹਜੇ ਅਧੂਰੀ ਆ ਪਰ ਉਹ ਰੁਜ਼ਗਾਰ 'ਚ ਜਾਣ ਦੇ 18 ਸਾਲ ਦੀ ਉਮਰ ਤੋਂ ਯੋਗ ਹੋ ਗਿਆ, ਉਹਨਾਂ ਨੂੰ 25,000 ਦੇ ਵਾਧੇ ਨਾਲ 25,000 ਰੁਪਇਆ, 5,000 ਦੇ ਵਾਧੇ ਨਾਲ 25,000 ਰੁਪਇਆ ਜਿਹੜਾ ਉਹ ਦਿੱਤਾ ਜਾਵੇ ਮਹੀਨੇ ਦੀ ਤਨਖਾਹ ਦੇ ਤੌਰ ਤੇ। ਉਸ ਤੋਂ ਅਗਲੀ ਕੈਟੇਗਰੀ ਆਉਂਦੀ ਆ ਸਕਿਲਡ ਕੈਟੇਗਰੀ, ਚਾਹੇ ਉਹ ਕਿਸੇ ਨੇ ITI ਕੀਤੀ ਹੋਵੇ, ਕੋਈ ਵੀ ਕੌਸ਼ਲ ਆ ਜਿਹੜਾ ਸਕਿਲਡ ਕੈਟੇਗਰੀ ਦਾ, ਉਹਨੂੰ ਘੱਟੋ ਘੱਟ 30,000 ਰੁਪਇਆ ਮਹੀਨੇ ਦੀ ਗਰੰਟੀ ਆ ਜਿਹੜਾ ਉਹਦਾ ਕਾਨੂੰਨ ਬਨੇਗਾ ਜਿਹੜਾ ਸੁਨਿਸ਼ਚਿਤ ਕਰਦਾ। ਤੇ ਹਾਈਲੀ ਸਕਿਲਡ, ਜਿਹੜੇ PhD ਕੀਤੇ ਨੌਜਵਾਨ ਮੁੰਡੇ ਕੁੜੀਆਂ, ਜਿਹੜੇ ਟੈਕਨੋਲੋਜੀ ਦੇ ਫੀਲਡ ਦੇ ਹਾਈਲੀ ਸਕਿਲਡ ਲੋਕ ਆ, ਕਿਸੇ ਵੀ ਫੀਲਡ ਵਿੱਚ ਜਿਹੜੇ ਹਾਈਲੀ ਸਕਿਲਡ ਲੋਕ ਆ, ਜਿਨ੍ਹਾਂ ਨੂੰ BJP ਦੀ ਸਰਕਾਰ ਪਕੌੜੇ ਤਲਣ ਦੀ ਤੇ ਰੇਹੜੀਆਂ ਲਾਉਣ ਦੀ ਸਲਾਹ ਦਿੰਦੀ, ਅਸੀਂ ਉਹਨਾਂ ਦੇ ਲਈ ਇਹ ਮੰਗ ਕਰ ਰਹੇ ਹਾਂ ਕਿ ਘੱਟੋ ਘੱਟ ਆ ਜਿਹੜਾ 35,000 ਰੁਪਏ ਦੀ ਮਹੀਨੇ ਦੀ ਗਰੰਟੀ ਹੋਵੇ ਤੇ ਕੀਤੀ ਜਾ ਸਕਦੀ ਆ। ਤੇ ਪੈਸੇ ਦਾ ਜਿਹੜਾ ਬਹਾਨਾ ਸਰਕਾਰ ਲਾਉਂਦੀ ਆ ਕਿ ਦੇਸ਼ ਦੀ ਸਰਕਾਰ ਦੇ ਖਜ਼ਾਨੇ ਖਾਲੀ ਆ, ਖਜ਼ਾਨੇ ਖਾਲੀ ਰਹਿਣਗੇ ਜਦੋਂ ਤੱਕ ਮੋਦੀਆਂ ਦੀਆਂ, ਅਦਾਨੀਆਂ ਤੇ ਅੰਬਾਨੀਆਂ ਦੀਆਂ ਤਿਜੋਰੀਆਂ ਭਰਦੀਆਂ ਰਹਿਣਗੀਆਂ। ਜੇ ਉਹ ਤਿਜੋਰੀਆਂ ਖਾਲੀ ਨਹੀਂ ਕਰਦੀਆਂ ਤੇ ਦੇਸ਼ ਦੀ ਸਰਕਾਰ ਦਾ ਖਜ਼ਾਨਾ ਕਦੇ ਨਹੀਂ ਭਰ ਸਕਦਾ। ਅਸੀਂ ਚਾਹੁੰਦੇ ਹਾਂ ਕਿ ਕਾਰਪੋਰੇਟ ਮਾਡਲ, ਪ੍ਰਾਈਵੇਟ ਲਿਬਰਲ ਮਾਡਲ ਇਸ ਦੇਸ਼ ਦੇ ਵਿੱਚੋਂ ਖਤਮ ਹੋਵੇ, ਪਬਲਿਕ ਸੈਕਟਰ 'ਚ ਰੁਜ਼ਗਾਰ ਦਿੰਦਿਆਂ ਲੋਕਾਂ ਨੂੰ ਸਾਂਝੇ ਤੌਰ ਤੇ ਅਮੀਰ ਕਰਨ ਵਾਲਾ ਕੰਮ ਹੋਵੇ ਇਸ ਕੈਟੇਗਰੀ ਨਾਲ। ਸੋ ਜੇ ਕੇਰਲਾ ਦੀ ਸਰਕਾਰ ਪਬਲਿਕ ਸੈਕਟਰ ਤੇ ਅਰਬਾਂ ਰੁਪਇਆ ਖਰਚ ਕਰ ਸਕਦੀ ਆ,
ਜੇ ਕੇਰਲਾ ਦੀ ਸਰਕਾਰ ਕਿਸਾਨਾਂ ਨੂੰ 16 ਫਲਾਂ ਤੇ ਸਬਜ਼ੀਆਂ ਤੇ MSP ਦੇ ਸਕਦੀ ਆ, ਜੇ ਕੇਰਲਾ ਦੇ ਸਰਕਾਰੀ ਸਕੂਲ ਆ ਦੇਸ਼ ਦੇ ਸਾਰੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਚੰਗੇ ਹੋ ਸਕਦੇ ਆ, ਜੇ ਕੇਰਲਾ ਦੀ ਸਰਕਾਰ ਹੈਲਥ ਦੇ ਵਿੱਚ ਦੁਨੀਆ ਭਰ 'ਚ ਨੰਬਰ ਤੇ ਨਾਮ ਨਾ ਖੱਟ ਸਕਦੀ ਆ, ਕਿਉਂਕਿ ਉੱਥੇ ਸਰਕਾਰੀ ਸੁਵਿਧਾਵਾਂ ਬਹੁਤ ਵਧੀਆ ਤਰੀਕੇ ਦੀਆਂ, ਤੇ ਬਾਕੀ ਦੇਸ਼ ਨੂੰ ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਈ ਬਿਮਾਰੀ ਲੱਗੀ ਆ ਜਾਂ ਕਿਸੇ ਤਰੀਕੇ ਨਾਲ ਉਹ ਨਹੀਂ ਕਰ ਸਕਦੇ। ਮਸਲਾ ਸਿਰਫ ਇਹ ਆ ਕਿ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ, ਜਿਵੇਂ ਕੇਰਲਾ ਦੇ ਵਿੱਚ ਲੋਕ ਪੱਖੀ ਸਰਕਾਰ ਆ, ਬਾਕੀ ਥਾਵਾਂ ਤੇ ਵੀ ਜਦੋਂ ਤੱਕ ਲੋਕ ਪੱਖੀ, ਲੋਕਾਂ ਦਾ ਸੋਚਣ ਵਾਲੀਆਂ ਸਰਕਾਰਾਂ ਨਹੀਂ ਬਣਦੀਆਂ, ਉਦੋਂ ਤੱਕ ਹਾਲਾਤ ਨਹੀਂ ਬਦਲਦੇ। ਇਸੇ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਇਸ ਅੰਦੋਲਨ ਨੇ ਇੱਕ ਚੇਤਨਾ ਪੈਦਾ ਕੀਤੀ ਆ, ਲੋਕ ਅੱਡ-ਅੱਡ ਮਾਡਲਾਂ ਨੂੰ ਸਟੱਡੀ ਕਰਨ ਲੱਗੇ ਆ। ਆਉਣ ਵਾਲੇ ਸਮੇਂ 'ਚ ਲੋਕ ਵੋਟ ਉਸੇ ਨੂੰ ਪਾਉਣਗੇ ਜਿਹੜਾ ਰੁਜ਼ਗਾਰ ਦੀ ਗਰੰਟੀ ਦੀ ਗੱਲ ਕਰੇਗਾ। ਸੋ ਪੰਜਾਬ ਦੀ ਧਰਤੀ ਦੇ ਭਗਤ ਸਿੰਘ ਤੇ ਸਰਾਭੇ ਨੂੰ ਆਪਦਾ ਆਦਰਸ਼ ਮੰਨਣ ਵਾਲੇ ਲੋਕ, ਜਿਨ੍ਹਾਂ ਨੇ ਹੁਣ ਤੱਕ ਬਹੁਤ ਵਾਰੀ ਧੋਖਾ ਖਾਦਾ, ਉਹ ਇਸ ਵਾਰ ਕਲੀਅਰ ਕੱਟ ਮੈਂਡੇਟ ਦੇ ਨਾਲ ਕਿ ਜਿਹੜਾ ਕਿਸਾਨੀ ਤੇ ਜਵਾਨੀ ਦੇ ਹੱਕ 'ਚ ਖੜੇਗਾ, ਚਾਹੇ ਉਹ ਲੈਫਟ ਹੋਵੇ ਪੰਜਾਬ ਦਾ, ਚਾਹੇ ਉਹ ਲੈਫਟ ਦਾ ਕੋਈ ਕਹਿ ਲਓ ਇੱਕ ਕੋਲੈਬੋਰੇਸ਼ਨ ਦੇ ਤੌਰ ਤੇ ਕੋਈ ਅਲਾਈਅੰਸ ਹੋਵੇ ਜਿਵੇਂ ਕੇਰਲਾ ਦੇ ਵਿੱਚ ਆ, ਉਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਆਉਣਗੇ। ਤੇ ਸਾਰੀਆਂ ਰਵਾਇਤੀ ਪਾਰਟੀਆਂ ਆਖਰੀ ਨੂੰ ਸਵਾਲ ਜਿਹੜੇ ਰੁਜ਼ਗਾਰ ਦੇਣ ਤੋਂ ਭੱਜਦੇ ਆ ਤੇ ਝੂਠੇ ਲਾਰੇ ਲਾ ਕੇ ਹੁਣ ਤੱਕ ਜਿਨ੍ਹਾਂ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ, ਨਸ਼ਿਆਂ ਤੇ ਲਾਇਆ, ਉਹਨਾਂ ਸਾਰਿਆਂ ਨੂੰ ਦਰਕਿਨਾਰ ਕਰਨਗੇ ਜੀ। ਆਖਰੀ ਸਵਾਲ, ਇਸ ਸੈਗਮੈਂਟ ਦਾ ਆਖਰੀ ਸਵਾਲ, ਕੀ ਤੁਸੀਂ ਇਸ ਸੰਭਾਵਨਾ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਪ੍ਰਮੁੱਖ ਮੁੱਦਾ ਬਣੇਗਾ ਜਾਂ ਬਣਨਾ ਚਾਹੀਦਾ, ਤੇ ਜੇ ਬਣਨਾ ਚਾਹੀਦਾ ਤਾਂ ਇਸ ਦੇ ਵਿੱਚ ਤੁਹਾਡੀ ਕੀ ਭੂਮਿਕਾ ਹੋ ਸਕਦੀ ਹੈ? ਦੇਖੋ ਜੀ, ਇਸ ਮੁੱਦੇ ਦੇ ਵਿੱਚ ਉਸ ਹਰ ਨੌਜਵਾਨ ਮੁੰਡੇ ਕੁੜੀ ਦੀ ਭੂਮਿਕਾ ਜਿਹੜੇ ਅੱਜ ਆਪਦੇ ਹੀ ਇਕੱਲੇ ਸੁਪਨਿਆਂ ਨੂੰ ਮੋਢਿਆਂ ਤੇ ਨਹੀਂ ਚੱਕੀ ਫਿਰਦੇ, ਜਿਹੜੇ ਮਾਂ ਪਿਓ ਦੇ ਸੁਪਨਿਆਂ ਨੂੰ ਵੀ ਆਪਦੇ ਨਾਲ ਲੈ ਕੇ ਜਿੰਦੇ ਆ। ਇਸ ਕਰਕੇ ਜਿਹੜੇ ਰੁਜ਼ਗਾਰ ਦੇ ਵਿੱਚ ਜਾਣ ਵਾਲਾ ਪੂਰੇ ਦਾ ਪੂਰਾ ਪੰਜਾਬ ਦਾ ਨਹੀਂ, ਦੇਸ਼ ਦੀ ਜਿਹੜੀ ਵਸੋਂ ਆ, ਜਿਹੜੇ ਲੋਕ ਵਿਦੇਸ਼ਾਂ ਵੱਲ ਝਾਕਦੇ ਆ ਤੇ ਵਿਦੇਸ਼ਾਂ 'ਚ ਜਿਹੜੇ ਨਹੀਂ ਜਾ ਪਾਉਂਦੇ, ਉਹ ਇੱਥੇ ਜ਼ਿੰਦਗੀ ਨੂੰ ਹਨੇਰੇ 'ਚ ਦੇਖਦੇ ਆ, ਉਹ ਸਾਰੇ ਦੇ ਸਾਰੇ ਲੋਕ ਬਨੇਗਾ ਦੇ ਇਸ ਕਾਨੂੰਨ ਦੇ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਨਾਲ ਜੁੜਦੇ ਆ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਮੈਂਬਰ ਵੀ ਬਣਦੇ ਆ ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ ਘਰ ਘਰ ਤੱਕ ਲਿਜਾਣ ਦਾ ਕੰਮ ਉਹ ਕਰਨਗੇ। ਪੰਜਾਬ ਦੇ ਵਿੱਚ ਹਾਲਾਤ ਬਦਲਣਾ ਹੁਣ ਕੋਈ ਬਹੁਤ ਦੂਰ ਦਾ ਕੰਮ ਨਹੀਂ ਰਿਹਾ। ਜੇ ਕਿਸਾਨੀ ਦਾ ਅੰਦੋਲਨ ਇੱਕ ਪਾਸੇ ਦੇਸ਼ ਦੀ ਸਰਕਾਰ ਨੂੰ ਘੇਰ ਕੇ ਖੜਾ, ਆਉਣ ਵਾਲੇ ਦਿਨਾਂ ਦੇ ਵਿੱਚ ਬਨੇਗਾ ਦੀ ਡਿਮਾਂਡ, ਕਿਉਂਕਿ ਇਹਦਾ ਕੋਈ ਤੋੜ ਨਹੀਂ, ਕੁਝ ਬਿਮਾਰੀਆਂ ਦਾ ਜਿਹੜੀ ਦਵਾਈ ਆ ਕਹਿ ਲਓ ਉਹਦੇ ਨਾਲ ਹੀ ਹੱਲ ਹੋ ਸਕਦੀ ਹੁੰਦੀ ਆ। ਜੇ ਰੁਜ਼ਗਾਰ ਦੇਣਾ ਤੇ ਕਾਨੂੰਨ ਬਣਾਉਣਾ ਪਏਗਾ। ਕਾਨੂੰਨ ਬਣਾਉਣ ਦੀ ਲੜਾਈ ਆ ਜਿਹੜੀ ਉਹ ਬਨੇਗਾ ਦੇ ਰਾਹ ਤੇ ਚੱਲ ਕੇ ਜਿਹੜੀ ਉਹ ਜਿੱਤੀ ਜਾ ਸਕਦੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਾਤੀ ਦਾ ਪੱਤਾ ਹੋਵੇ, ਕੋਈ ਧਰਮ ਦਾ ਕਾਰਡ ਹੋਵੇ, ਦੇਸ਼ ਦੀ ਸਰਕਾਰ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਉਹ ਕਾਰਡ ਆ ਜਿਹੜਾ ਉਹ ਲੋਕ ਨਹੀਂ ਚੱਲਣ ਦੇਣਗੇ। ਇੱਕੋ ਮੁੱਦੇ ਤੇ ਕਿ ਕਿਸਾਨੀ ਦੇ ਨਾਲ ਖੜੀ ਹੋਵੇ ਸਰਕਾਰ ਤੇ ਨਾਲ ਦੀ ਨਾਲ ਜਵਾਨੀ ਨੂੰ ਕੇਵਲ ਵਾਅਦਾ ਹੀ ਨਾ ਕਰੇ, ਜਿਵੇਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਕੈਪਟਨ ਦੀ ਸਰਕਾਰ ਨੇ। ਇੱਕ ਕੰਕਰੀਟ ਪ੍ਰੋਗਰਾਮ ਦੇ ਨਾਲ ਲੋਕਾਂ ਦੇ ਵਿੱਚ ਜਾਇਆ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਕਾਨੂੰਨ ਬਣਾਉਣ ਦੀ ਲੜਾਈ ਨੂੰ ਜਿਹੜਾ ਇੱਕ ਸੱਚਾਈ ਦੇ ਵਿੱਚ ਬਦਲਿਆ ਜਾਊਗਾ। ਸੋ ਮੈਂ ਵੀ ਉਹਨਾਂ ਨੌਜਵਾਨਾਂ ਦੇ ਵਿੱਚ ਸ਼ਾਮਲ ਆ ਜਿਹੜੇ ਇਸ ਗੱਲ ਦੀ ਆਸ ਰੱਖਦੇ ਆ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣਾਉਣ ਦੇ ਲਈ ਕਿਸੇ ਵੀ ਕੁਰਬਾਨੀ ਤੱਕ ਜਾਣਾ ਪਿਆ ਤੇ ਉਹ ਕੁਰਬਾਨੀ ਕਰਾਂਗੇ, ਪਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਮੁਫਤ ਹੈਲਥ ਦਿੱਤੀ ਜਾਵੇ ਤੇ ਐਜੂਕੇਸ਼ਨ ਦਿੱਤੀ ਜਾਵੇ। ਇਹਦੇ ਲਈ ਪਬਲਿਕ ਸੈਕਟਰ ਨੂੰ ਬਚਾਉਣ ਦੀ ਤੇ ਵਧਾਉਣ ਦੀ ਲੜਾਈ ਉਹਨੂੰ ਤੇਜ਼ ਵੀ ਕਰਾਂਗੇ ਤੇ ਤਿੱਖਾ ਵੀ ਕਰਾਂਗੇ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ। ਧੰਨਵਾਦ ਵਿੱਕੀ ਜੀ, ਤੁਸੀਂ ਸਾਡੇ ਪ੍ਰੋਗਰਾਮ ਜੁੜੇ ਔਰ ਮਹੱਤਵਪੂਰਨ ਮੁੱਦੇ ਦੇ ਉੱਤੇ ਮਹੱਤਵਪੂਰਨ ਰਾਏ ਰੱਖੀ ਤੇ ਉਮੀਦ ਕਰਦੇ ਹਾਂ ਕਿ ਇਹ ਮੁੱਦਾ ਸੱਚਮੁੱਚ ਜਿਹੜਾ ਪੰਜਾਬ ਦੇ ਚੁਣਾਵੀ ਏਜੰਡੇ ਦਾ ਮੁੱਦਾ ਬਣੇ, ਔਰ ਇਕੱਲਾ ਮੁੱਦਾ ਹੀ ਨਾ ਬਣੇ, ਇਸ ਮੁੱਦੇ ਨੂੰ ਲਾਗੂ ਕਰਨ ਵਾਸਤੇ ਜ਼ਮੀਨੀ ਹਕੀਕਤ ਦੇ ਉੱਤੇ ਜਿਹੜੀ ਐਕਟੀਵਿਟੀ ਵੀ ਹੋਣ। ਇੱਕ ਵਾਰ ਫਿਰ ਤੁਹਾਡਾ ਧੰਨਵਾਦ ਤੇ ਦਰਸ਼ਕੋ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਸਾਰੀ ਗੱਲਬਾਤ ਨੂੰ ਧਿਆਨ ਨਾਲ ਵੇਖਿਆ, ਸੁਣਿਆ ਔਰ ਵਿਚਾਰਨ ਦੀ ਗੁਜ਼ਾਰਿਸ਼ ਨਾਲ ਮੈਂ ਬੇਨਤੀ ਕਰਾਂਗਾ ਕਿ ਜੇ ਤੁਹਾਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਹੋਰ ਚਰਚਾ ਛਿੜਨੀ ਚਾਹੀਦੀ ਹੈ, ਇਹ ਮੁੱਦਾ ਨੌਜਵਾਨ ਲੋਕ ਤੱਕ ਵੱਧ ਤੋਂ ਵੱਧ ਜਾਣਾ ਚਾਹੀਦਾ, ਤੇ ਕਿਰਪਾ ਕਰਕੇ ਇਸ ਸੈਗਮੈਂਟ ਨੂੰ ਲਾਈਕ ਕਰਿਓ ਔਰ ਅੱਗੇ ਸ਼ੇਅਰ ਵੀ ਕਰਿਓ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਉਹ ਚੈਨਲ ਸਬਸਕ੍ਰਾਈਬ ਵੀ ਕਰਿਓ। ਫਿਰ ਮਿਲਾਂਗਾ ਕੋਈ ਹੋਰ ਮੁੱਦਾ ਲੈ ਕੇ, ਉਹਨਾਂ ਚਿਰ ਲਈ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ, ਆਦਾਬ ਵਰਜ।